ਸਾਹਿਬ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਨਾਨਕ ਪਾਦ ਪੰਕਜ ਬੰਦਨਾ ਪਾਦ ਪੰਕਜ ਬੰਦਨਾ ਸਿਮਾਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਸ਼੍ਰੀ ਗੁਰ ਹਰਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਾਰ ਜੋਰੀ ਨਾਮੋ ਕਾਰ ਜੋਰੀ ਸ਼੍ਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਸ਼੍ਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤੈ
तिन संतन को बंदना सिर चरणन पारतार एक ओंकारा सतगुरु तेह प्रसाद सच होए। वाहेगुरु जी की फतेह है। विघ्न विनाशन सोए। वाहेगुरु जी की फतेह है। विघ्न विनाशन सोए। सतनाम श्री वाहिगुरु जी। भिन्न भिन्न पुन पंचों गुर की निज बानी ते कीरत गाओ। होए निज कपट गर्भ को परहार सत संगत मह बोहर समाओ। भिन्न भिन्न पुन पंचों गुर की। वाहेगुरु जी का खालसा वाहेगुरु जी की फतेह। परम सन्मान सत्कार जो जुगो जुग अटल शब्द गुरु चावर तख्त छत्र दे मालक दसां पातशाहियां दी जोत समरथ परतख हाਜ਼ਰ नाजर सतगुरु वालीए दो जहां हलत पलत दे रखियक। धन धन साहिब सतगुरु आदि श्री गुरु ग्रंथ साहिब जी महाराज। ऐसे दीन दयाल परोपकारी सतगुरु पातशाह जी दी अपने अपार कृपा रहमत बख्शत दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशां फरशां दे मालिक नीले दे शाहे असवार मर्द अगमड़े धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाज़रियां भरदियां यात्रा करदियां साहिबां दी महान गुरसंगत दा लाहा लै रहे गुरु सुवारे गुरु पातशाह जी दी साजी नवाजी गुरु रूप साध संगत जीओ। वड्डियां भागां सदका गुरु बख्शे उदम उपराले द्वारा आप जी ने साहिबां जी दे दर्शन परसन करदियां गुरसंगत दीआं महान उत्तम घड़ियां प्राप्त करके जीवन समय सवासां नूं सफलियां कीता है। साहिबां जी दे महान अस्थान ते लड़ीवार गुरु के इतिहास की जीवन वृतांत की विचार चल रही है। कवि राज महाकवि ज्ञानी भाई साहब भाई संतोख सिंह जी चूड़ामल श्री गुर प्रताप सूरज ग्रंथ की तीजी रास के अंदर 45वें अंसू दे विच 45वें अध्याय के अंदर भाई सत्ता भाई बलवंड सचखंड श्री हरिमंदर साहिब जी के रबाबी जिमें बख्शे गए
ਜਿਵੇਂ ਭਾਈ ਲੱਦਾ ਜੀ ਨੇ ਉਹਨਾਂ ਦੀ ਸਿਫਾਰਿਸ਼ ਕੀਤੀ, ਫਰਿਆਦ ਕੀਤੀ, ਮਹਾਰਾਜ ਇਹਨਾਂ ਨੂੰ ਬਖਸ਼ ਲਓ। ਇਸ ਸਾਰੇ ਪ੍ਰਸੰਗ ਨੂੰ ਉਹਨਾਂ ਨੇ ਬੜੇ ਪਿਆਰ ਦੇ ਨਾਲ ਵਰਣਨ ਕੀਤਾ ਹੈ। ਜਿਸ ਪ੍ਰਸੰਗ ਦੇ ਅੰਦਰੋਂ ਸਤਿਗੁਰੂ ਦੀ ਫਰਾਕ ਦੇ ਲਈ, ਸਤਿਗੁਰੂ ਦੀ ਦਰਿਆ ਦੇ ਲਈ, ਸਤਿਗੁਰੂ ਦੀ ਰਹਿਮ ਦੇ ਲਈ, ਸਤਿਗੁਰੂ ਜੀ ਦਾ ਕਰਨਾ ਰਹਿਮ ਤੇ ਬਖਸ਼ਿਸ਼ ਦੇ ਨਾਲ ਭਰੇ ਹੋਏ ਹਿਰਦੇ ਦੇ ਦਰਸ਼ਨ ਕਰਵਾਏ ਨੇ ਕਿ ਜੇਕਰ ਕੋਈ ਭੁੱਲ ਵਿੱਚ ਪੈ ਕਰਕੇ ਹੰਕਾਰ ਦੇ ਘੋੜੇ ਤੇ ਸਵਾਰ ਹੋ ਕਰਕੇ ਗੁਨਾਹ ਕਰਦਾ ਹੈ, ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਦੀ ਨਿੰਦਾ ਵੀ ਕਰਦਾ ਹੈ, ਤਾਂ ਜੇਕਰ ਕੋਈ ਮਨੁੱਖ ਸੱਚੇ ਮਨੋਂ ਪਛਤਾਪ ਕਰਦਾ ਹੋਇਆ ਆਪਣੀ ਭੁੱਲ ਬਖਸ਼ਾਉਣ ਵਾਸਤੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਤਾਂ ਸਾਹਿਬ ਜੀ ਉਸ ਨੂੰ ਬਖਸ਼ਣ ਲੱਗੇ ਦੇਰੀ ਨਹੀਂ ਕਰਦੇ। ਜੋ ਸਰਨੇ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਮਾਲਕ ਜੀ ਦਾ ਮੁੱਢ ਕਦੀਮ ਦਾ ਸੁਭਾਅ ਹੈ ਕਿ ਸ਼ਰਨ ਵਿੱਚ ਡਿੱਗੇ ਹੋਇਆਂ ਨੂੰ ਫਿਰ ਉੱਚੇ ਮੁਰਾਤਬਿਆਂ ਤੇ ਰੁਤਬਿਆਂ ਤੇ ਪਹੁੰਚਾ ਦਿੰਦਾ ਹੈ। ਭਾਈ ਸੱਤਾ ਭਾਈ ਬਲਵੰਡ ਨੇ ਹੰਕਾਰ ਵਿੱਚ ਆ ਕਰਕੇ ਗੁਰੂ ਪਾਤਸ਼ਾਹ ਜੀ ਦੀ ਨਿੰਦਾ ਕੀਤੀ, ਕਬੂਲ ਬੋਲੇ, ਜਿਸ ਕਰਕੇ ਉਹਨਾਂ ਦੇ ਕੀਤੇ ਹੋਏ ਮਾੜੇ ਕਰਮ ਦਾ ਸਦਕਾ ਸਰੀਰ ਦੇ ਉੱਪਰ ਕੋੜ ਚੱਲ ਗਿਆ, ਲਿਚਾਰੀ ਤੇ ਬੇਵਸੀ ਦੀ ਹਾਲਤ ਵਰਤ ਗਈ। ਘਰ ਵਿੱਚ ਗਰੀਬੀ ਕੰਗਾਲੀ ਨੇ ਡੇਰਾ ਲਾ ਲਿਆ। ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਵੀ ਕਿਸੇ ਸਿੱਖ ਨੇ ਉਹਨਾਂ ਨੂੰ ਆਪਣੀ ਬਾਂਹ ਨਾ ਫੜਾਈ, ਕਿਸੇ ਸਿੱਖ ਨੇ ਉਹਨਾਂ ਦੀ ਸਿਫਾਰਿਸ਼ ਨਹੀਂ ਕਰਨੀ ਚਾਹੀ। ਬਥੇਰਿਆਂ ਕੋਲ ਗਏ ਪਰ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਇਹ ਬਚਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਬਾਬੀਆਂ ਤੇ ਸੱਚ ਹੋ ਵਰਤਿਆ ਕਿ ਖੈਰ ਵੀ ਮੰਗਿਆ ਨਹੀਂ ਪੈਂਦੀ। ਭੁੱਖੇ ਪਹਾੜੇ ਫਾਕੇ ਦਿਨ ਕੱਟਣ ਲੱਗੇ, ਅਖੀਰ ਸੋਚਣ ਲੱਗੇ ਕਿ ਸਾਡੇ ਕੋਲੋਂ ਬੜੀ ਭੁੱਲ ਹੋਈ, ਬੱਜਰ ਗੁਨਾਹ ਕੀਤਾ ਜੋ ਗੁਰੂ ਸਾਹਿਬਾਂ ਦੀ ਨਿੰਦਾ ਕੀਤੀ। ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ ਘਰ ਚੱਲ ਕੇ ਆਏ, ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ, ਉਲਟਾ ਨਰਾਦਰੀ ਕੀਤੀ ਹੈ। ਇਹ ਸਾਡੇ ਮਾੜੇ ਕਰਮਾਂ ਕਰਕੇ, ਬੁਰੇ ਵਰਤਾਓ ਕਰਕੇ ਹੀ ਐਸਾ ਹੋਇਆ ਹੈ। ਐਸੀ ਸੋਚ ਵਿਚਾਰ ਕਰਕੇ ਆਸੇ ਪਾਸੇ ਨਿਗਾਹ ਮਾਰ ਕੇ ਤੱਕਿਆ ਕਿ ਹੁਣ ਸਾਨੂੰ ਕੌਣ ਬਖਸ਼ਾਵੇ। ਤਾਂ ਖਿਆਲ ਵਿੱਚ ਆਇਆ, ਧਿਆਨ ਵਿੱਚ ਆਇਆ ਕਿ ਲਾਹੌਰ ਦਾ ਰਹਿਣ ਵਾਲਾ ਭਾਈ ਲੱਦਾ ਜੀ ਬੜਾ ਪਰਉਪਕਾਰੀ ਹੈ, ਗੁਰਮੁਖ ਸਿੱਖ ਹੈ, ਆਤਮ ਗਿਆਨੀ ਹੈ। ਉਹਦੀ ਸ਼ਰਨ ਲਈ ਜਾਏ, ਉਹਦਾ ਆਸਰਾ ਤੱਕਿਆ ਜਾਏ, ਉਹ ਸਾਡੀ ਸਿਫਾਰਿਸ਼ ਕਰਕੇ ਗੁਰੂ ਸਾਹਿਬ ਕੋਲੋਂ ਸਾਨੂੰ ਬਖਸ਼ਾ ਦੇਵੇ। ਐਸਾ ਸੋਚ ਕਰਕੇ ਦੋਵੇਂ ਭਰਾ ਭਾਈ ਲੱਦੇ ਦੇ ਦਰ ਤੇ ਜਾ ਕੇ ਬੈਠੇ। ਭਾਈ ਲੱਦਾ ਜੀ ਨੂੰ ਉਹਨਾਂ ਦੇ ਆਉਣ ਦੀ ਖਬਰ ਪਹਿਲਾਂ ਮਿਲਣ ਤੇ ਉਹਨਾਂ ਦਰਵਾਜ਼ਾ ਬੰਦ ਕਰ ਲਿਆ। ਜਦੋਂ ਇਹਨਾਂ ਨੇ ਵਾਸਤੇ ਪਾਏ, ਹਾੜੇ ਕੱਢੇ, ਤਰਲੇ ਲਏ ਕਿ ਕੋਈ ਸਾਡੀ ਸਹਾਇਤਾ ਕਰਨ ਵਾਲਾ, ਫਰਿਆਦ ਕਰਨ ਵਾਲਾ ਨਹੀਂ ਹੈ, ਤੁਸੀਂ ਸਾਡੀ ਇੱਕ ਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਗੇ ਬੇਨਤੀ ਕਰੋ। ਭਾਈ ਸਾਹਿਬ ਜੀ ਦਾ ਹਿਰਦਾ ਨਾਮ ਸਿਮਰ ਦੇ ਨਾਲ ਗੁੜਚ ਹੋਇਆ, ਬੜੀ ਛੇਤੀ ਪੰਘਰ ਗਿਆ। ਕੋਮਲ ਹਿਰਦੇ ਦੇ ਵਿੱਚ ਉਹਨਾਂ ਦੇ ਕੀਰਨੇ ਜਿਹੜੇ ਸਨ, ਜਦੋਂ ਆ ਕਰਕੇ ਤਰਲੇ ਤੇ ਹਾੜੇ ਆ ਕਰਕੇ ਵੱਜੇ, ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਹੈ। ਪਹਿਲਾਂ ਹੀ ਮਨ ਬਣਾ ਲਿਆ ਕਿ ਜੋ ਪੰਚਮ ਪਾਤਸ਼ਾਹ ਗੁਰਦੇਵ ਸਾਹਿਬਾਂ ਨੇ ਬਚਨ ਕੀਤਾ ਹੈ, ਉਹ ਸਤਿਗੁਰੂ ਦਾ ਬਚਨ ਜ਼ਰੂਰ ਪੂਰਾ ਕੀਤਾ ਜਾਏ। ਲਾਹੌਰ ਸ਼ਹਿਰ ਤੋਂ ਹੀ ਉਹ ਗਧੇ 'ਤੇ ਸਵਾਰ ਹੋ ਕੇ ਆਪਣਾ ਮੂੰਹ ਕਾਲਾ ਕਰਕੇ ਪਹਿਲਾਂ ਲਾਹੌਰ ਦੀਆਂ ਗਲੀਆਂ ਵਿੱਚ ਫਿਰੇ, ਫਿਰ ਅੰਮ੍ਰਿਤਸਰ ਸਾਹਿਬ ਆਏ। ਇੱਥੇ ਵੀ ਸਾਰੇ ਸ਼ਹਿਰ ਦਾ ਚੱਕਰ ਲਾਇਆ, ਗਲੀਆਂ ਬਾਜ਼ਾਰਾਂ ਵਿੱਚੋਂ ਦੀ ਲੰਘੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੁੱਖ ਭੰਜਨੀ ਬੇਰੀ ਦੇ ਕੋਲ ਥੜਾ ਸਾਹਿਬ ਵਿਖੇ ਸੱਜ ਰਹੇ ਸਨ। ਜਦੋਂ ਢੋਲ ਵੱਜਦੀ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ, ਸ਼ੋਰ ਹੁੰਦਾ ਆ ਰਿਹਾ, ਰੌਲਾ ਪੈਂਦਾ ਆ ਰਿਹਾ ਸੀ। ਸਿੱਖ ਨੂੰ ਪੁੱਛਣ ਤੇ ਉਹਨੇ ਦੱਸਿਆ ਕਿ ਮਹਾਰਾਜ ਭਾਈ ਲੱਦਾ ਪਰਉਪਕਾਰੀ ਆ ਰਿਹਾ ਹੈ, ਰਵਾਬੀਆਂ ਦੀ ਸਿਫਾਰਿਸ਼ ਬੇਨਤੀ ਕਰਨ ਵਾਸਤੇ। ਇਹ ਗੱਲਾਂ ਹੋ ਰਹੀਆਂ ਸੀ, ਇੰਨੇ ਸਮੇਂ ਤੱਕ ਭਾਈ ਸਾਹਿਬ ਜੀ ਸਾਹਮਣੇ ਆ ਗਏ ਹਨ। ਦੂਰੋਂ ਵੇਖ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਸੱਚੇ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਨਮਸਕਾਰ ਕੀਤੀ ਹੈ।
ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਕੱਲ ਕੇ ਭਾਈ ਸਾਹਿਬ ਨੂੰ ਗਧੇ ਤੋਂ ਉਤਰਾ ਕਰਕੇ ਇਸ਼ਨਾਨ ਕਰਵਾਇਆ। ਸੋਹਣੇ ਬਸਤਰ ਸਵੱਛ ਬਸਤਰ ਗਲ ਤੇ ਪਹਿਨਾਏ ਗਏ। ਸਾਹਿਬਾਂ ਦੇ ਹਜ਼ੂਰ ਪਹੁੰਚਾ ਭਾਈ ਲੱਦਾ ਜੀ। ਆਉਂਦਿਆਂ ਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਲਏ ਔਰ ਸਾਹਿਬਾਂ ਦੇ ਪੁੱਛਣ 'ਤੇ ਕਿ ਕੀ ਕਾਰਨ ਇਹ ਐਸਾ ਲਿਬਾਸ ਬਣਾਇਆ ਹੈ, ਤਾਂ ਬੇਨਤੀ ਕੀਤੀ ਮਹਾਰਾਜ ਤੁਹਾਡਾ ਬਚਨ ਸੀ, ਉਹ ਬਚਨ ਪੂਰਾ ਕਰਨ ਵਾਸਤੇ ਐਸਾ ਕੀਤਾ ਹੈ। ਤਾਂ ਗੁਰੂ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਕੇ ਆਖਣ ਲੱਗੇ ਕਿ ਜੇਕਰ ਤੁਸੀਂ ਸਿੱਧਾ ਆ ਕਰਕੇ ਉਸ ਤਰ੍ਹਾਂ ਹੀ ਕਹਿ ਦਿੰਦੇ ਹੋ ਅਸੀਂ ਇਹਨਾਂ ਨੂੰ ਬਖਸ਼ ਲੈਣਾ ਸੀ, ਤੁਹਾਨੂੰ ਐਸਾ ਕਰਨ ਦੀ ਲੋੜ ਨਹੀਂ ਸੀ। ਸੋ ਭਾਈ ਲੱਦੇ ਦੇ ਤਾਈਂ ਵੀ ਸਾਹਿਬਾਂ ਨੇ ਗੁਰਮੁਖ ਦੀ ਸਿਫਤ ਕੀਤੀ। ਸਿੱਖ ਸੰਗਤਾਂ ਵਿੱਚ ਜਸ ਹੋਇਆ ਤੇ ਕਹਿ ਦਿੱਤਾ ਕਿ ਜਾਓ ਉਹਨਾਂ ਰਬਾਬੀਆਂ ਨੂੰ ਬੁਲਾ ਲਓ। ਸਿੱਖ ਨੂੰ ਘੱਲ ਕੇ ਰਬਾਬੀਆਂ ਨੂੰ ਸੱਦਿਆ ਗਿਆ। ਉਹਨਾਂ ਆਉਂਦਿਆਂ ਸਾਰ ਹੀ ਪਰੇ ਅਗਾਰੇ ਗਏ ਪਗ ਪੰਕਜ ਦ੍ਰਿਗ ਤੇ ਨਿਕਰਤ ਜਲ ਕੇ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਏ। ਸਾਹਿਬਾਂ ਦੇ ਚਰਨ ਫੜ ਕਰਕੇ ਨੇਤਰਾਂ ਦੇ ਜਲ ਨਾਲ ਚਰਨ ਧੋ ਦਿੱਤੇ। ਨੇਤਰਾਂ ਵਿੱਚੋਂ ਛਮ ਛਮ ਕਰਕੇ ਜਲ ਨਿਕਲਣ ਲੱਗਾ, ਹੰਝੂ ਵਗਣ ਲੱਗੇ, ਨਾਲ ਮੂੰਹ ਤੋਂ ਕਿਗਿਆਉਣ ਲੱਗੇ। ਤਰਲੇ ਲੈ ਕੇ ਬੇਨਤੀ ਕਰਕੇ ਸ਼ਿਮੋ ਸ਼ਿਮੋ ਪ੍ਰਭ ਹਮੋ ਆਪ ਅਬ ਕਰੀ ਉਚਿਤ ਇਹ ਦਈ ਸਜਾਏ। ਮਹਾਰਾਜ ਸਾਨੂੰ ਬਖਸ਼ ਲਓ, ਬਖਸ਼ ਲਓ। ਅਸੀਂ ਗੁਰੂ ਨਾਨਕ ਦੇ ਦਰ ਘਰ ਦੇ ਬੜੇ ਵੱਡੇ ਅਪਰਾਧੀ ਗੁਨਾਹਗਾਰ ਹਾਂ। ਬਹੁਤ ਵੱਡੀ ਸਾਡੇ ਕੋਲੋਂ ਭੁੱਲ ਹੋਈ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਭਾਈ ਲੱਦੇ ਨੇ ਤੁਹਾਨੂੰ ਬਖਸ਼ਾਇਆ ਹੈ, ਉਹਦਾ ਪਰਉਪਕਾਰ ਮੰਨੋ, ਨਹੀਂ ਤਾਂ ਤੁਸੀਂ ਦੋਵਾਂ ਲੋਕਾਂ ਦੇ ਵਿੱਚ ਹਜ਼ਾਰਾਂ ਕਸ਼ਟ ਭੋਗਣੇ ਸਨ। ਪਤਾ ਨਹੀਂ ਕਿੰਨੇ ਦੁੱਖ ਤੁਹਾਨੂੰ ਅਜੇ ਹੋਰ ਭੋਗਣੇ ਪੈਣੇ ਸਨ। ਭਾਈ ਲੱਦਾ ਜੀ ਨੇ ਬੇਨਤੀ ਕੀਤੀ ਮਹਾਰਾਜ ਜਿੱਥੇ ਇਹਨਾਂ ਨੂੰ ਬਖਸ਼ ਲਿਆ ਜੇ ਮਾਫ ਕਰ ਦਿਓ, ਉੱਥੇ ਇਹਨਾਂ ਦੇ ਤਨ ਵੀ ਸਰੀਰ ਵੀ ਤੰਦਰੁਸਤ ਹੋ ਜਾਣ, ਨਿਰੋਗੀ ਹੋ ਜਾਣ। ਤਾਂ ਗੁਰੂ ਸਾਹਿਬ ਆਖਣ ਲੱਗੇ ਕਿ ਇਹਨਾਂ ਨੇ ਮੂੰਹ ਦੇ ਨਾਲ ਗੁਰੂ ਸਾਹਿਬਾਂ ਦੀ ਨਿੰਦਾ ਕੀਤੀ ਹੈ। ਜਿਸ ਮੂੰਹ ਨਾਲ ਨਿੰਦਾ ਕੀਤੀ ਉਸੇ ਮੂੰਹ ਨਾਲ ਗੁਰੂ ਸਾਹਿਬਾਂ ਦੀ ਜਸ ਵਡਿਆਈ ਸਿਫਤ ਕਰਨ, ਇਹਨਾਂ ਦੇ ਕੋੜ੍ਹ ਦਾ ਰੋਗ ਵੀ ਦੂਰ ਹੋ ਜਾਏਗਾ। ਭਾਈ ਲੱਦਾ ਜੀ ਆਖਣ ਲੱਗੇ ਜਾਓ ਭਾਈ ਤੁਹਾਡੀ ਸਤਿਗੁਰੂ ਦੇ ਦਰ 'ਤੇ ਸੁਣੀ ਗਈ ਹੈ, ਜਾ ਕੇ ਇਸ਼ਨਾਨ ਪਾਣੀ ਕਰੋ ਦੁੱਖ ਭੰਜਨੀ ਬੇਰੀ ਦੇ ਥੱਲੇ। ਸੋ ਭਾਈ ਸਾਹਿਬ ਦੇ ਬਚਨ ਮੰਨ ਕੇ ਰਬਾਬੀਆਂ ਨੇ ਇਸ਼ਨਾਨ ਕੀਤਾ। ਸਾਰਾ ਸਰੀਰ ਦਾ ਕੋੜ੍ਹ ਰੋਗ ਬਿਮਾਰੀ ਉਡਾਰੀ ਮਾਰ ਗਈ, ਦੂਰ ਹੋ ਗਈ, ਤੰਦਰੁਸਤ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਤੇ ਵਡਿਆਈ ਕਰਨ ਲੱਗੇ। ਸੋ ਜਿਹੜੀ ਵਾਰ ਉਹਨਾਂ ਨੇ ਗਾਈ ਸੀ ਖਲੋ ਕੇ, ਜਿਹਨੂੰ ਟਿੱਕੇ ਦੀ ਵਾਰ ਆਖਿਆ ਜਾਂਦਾ ਹੈ, ਉਸ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ ਔਰ ਵਾਰ ਬਖਸ਼ਿਆ ਕਿ ਜਿਹੜਾ ਇਹ ਪਾਵਨ ਬਾਣੀ ਪੜ੍ਹੇ ਸੁਣੇਗਾ, ਜਿਹਦੇ 'ਚ ਗੁਰੂ ਸਾਹਿਬਾਂ ਦੀ ਮਹਿਮਾ ਵਡਿਆਈ ਹੈ, ਉਹਦੇ ਤਨ ਦੇ ਮਨ ਦੇ ਸਾਰੇ ਕਲੇਸ਼ ਦੁੱਖ ਦੂਰ ਹੋ ਜਾਣਗੇ। ਸੋ ਜਿਵੇਂ ਭਾਈ ਸਾਹਿਬ ਜੀ ਇਹ ਪ੍ਰਸੰਗ ਸੁਣਾ ਰਹੇ ਹਨ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਭਿੰਨ ਭਿੰਨ ਪੁਨ ਪੰਚੋਂ ਗੁਰ ਕੀ ਨਿਜ ਬਾਣੀ ਤੇ ਕੀਰਤ ਗਾਓ। ਭਾਈ ਲੱਦਾ ਜੀ ਆਖ ਰਹੇ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਰਾਗੀਆਂ ਨੂੰ ਕਿ ਪਹਿਲਾਂ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਬ੍ਰਹਮ ਸਰੂਪ ਵਰਣਨ ਕਰੋ। ਗੁਰੂ ਨਾਨਕ ਦੇ ਪਾਤਸ਼ਾਹ ਵਿੱਚ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਜੋ ਸਮਾਨਤਾ ਹੈ ਉਹ ਦਰਸਾਉਣੀ ਕਰੋ ਕਿ ਗੁਰੂ ਨਾਨਕ ਹੀ ਬ੍ਰਹਮ ਹੈ, ਬ੍ਰਹਮ ਹੀ ਗੁਰੂ ਨਾਨਕ ਹੈ। ਬ੍ਰਹਮ ਰੂਪ ਸ਼੍ਰੀ ਨਾਨਕ ਵਰਨੋ ਗੁਰ ਬਨ ਉਤਾਰਿਓ ਜਿਨੋ ਜਹਾਨ। ਜਿਨ੍ਹਾਂ ਨੇ ਗੁਰੂ ਬਣ ਕੇ ਸੰਸਾਰ ਨੂੰ ਉਤਾਰਿਆ, ਜਹਾਨ ਨੂੰ ਉਤਾਰਿਆ, ਜੀਵਾਂ ਨੂੰ ਭਵਜਨੋਂ ਪਾਰ ਕੀਤਾ। ਫਿਰ ਪੰਜ ਗੁਰੂ ਸਾਹਿਬਾਨਾਂ ਜੀ ਦੀ ਵਡਿਆਈ ਮਹਿਮਾ ਆਪਣੀ ਬਾਣੀ ਆਪਣੀ ਰਚਨਾ ਦੁਆਰਾ ਕੀਰਤੀ ਰੂਪ ਜਸ ਰੂਪ ਵਿੱਚ ਗਾਉਣੀ ਕਰੋ। ਹੋਏ ਨਿਸ਼ਕਪਟ ਗਰਭ ਕੋ ਪਰ ਹਰ ਸਤ ਸੰਗਤ ਮਹਿ ਬਹੁਰ ਸਮਾਓ। ਇੱਕ ਗੱਲ ਯਾਦ ਰੱਖਿਓ, ਜੋ ਬਾਣੀ ਸਿਫਤ ਗੁਰੂ ਸਾਹਿਬਾਂ ਦੀ ਕਰਨੀ ਹੈ ਉਹ ਮੂੰਹ ਤੋਂ ਨਾ ਕਰਿਓ ਜੀ, ਹਿਰਦਿਓਂ ਕਰਿਓ ਜੀ, ਮਨ ਤੋਂ ਕਰਿਓ ਜੀ।
ਨਿਸ਼ਕਪਟ ਹੋਣ ਦਾ ਅਰਥ ਇਹ ਹੈ, ਨਹੀਂ ਤਾਂ ਬਹੁਤ ਸਾਰੇ ਐਸੇ ਜੀਵ ਵੀ ਹਨ, ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਮੂੰਹ ਤੋਂ ਤਾਂ ਸਾਰੇ ਕਹਿ ਲੈਂਦੇ, ਪਰ ਹਿਰਦੇ ਤੋਂ ਕੋਈ ਟਾਵਾਂ ਕਹਿੰਦਾ, ਜਿਹੜਾ ਆਖਦਾ ਹਿਰਦੇ ਤੋਂ ਦੇ ਹਿਰਦੇ ਵਿੱਚੋਂ ਵਸ ਜਾਂਦਾ। ਤੇ ਭਾਈ ਸਾਹਿਬ ਕਹਿਣ ਲੱਗੇ ਇੱਥੇ ਨਿਸ਼ਕਪਟਤਾ ਚੱਲੇਗੀ, ਇੱਥੇ ਛਲ ਨੂੰ ਕੋਈ ਥਾਂ ਨਹੀਂ ਹੈ, ਇੱਥੇ ਕਪਟ ਨੂੰ ਕੋਈ ਥਾਂ ਨਹੀਂ ਹੈ, ਗੁਰੂ ਅੰਤਰਜਾਮੀ ਹੈ। ਹਾਂ, ਕਿਸੇ ਰਾਜਨੀਤਿਕ ਅੱਗੇ ਜਾ ਕੇ ਉਹਦੀ ਸਿਫਤ ਕਰੋ ਤੇ ਹੋ ਸਕਦਾ ਫੁੱਲ ਜਾਏ ਤੁਹਾਡੇ ਕੋਲੋਂ ਸਿਫਤ ਸੁਣ ਕੇ, ਵਡਿਆਈ ਸੁਣ ਕੇ। ਉਹਨੇ ਕਿਹੜਾ ਤੁਹਾਡੇ ਅੰਦਰ ਦੀ ਹਾਲਤ ਵੇਖਣੀ, ਤੁਹਾਡੇ ਮੂੰਹ ਤੋਂ ਵੇਖਣਾ ਕਿ ਕੀ ਕਹਿੰਦੇ ਆ। ਪਰ ਗੁਰੂ ਜਦੋਂ ਵੇਖਦਾ, ਅੰਦਰੋਂ ਵੇਖਦਾ ਹੈ, ਭਾਵਨਾ ਵੇਖਦਾ ਹੈ, ਸ਼ਰਧਾ ਵੇਖਦਾ ਹੈ। ਇਸ ਵਾਸਤੇ ਰਬਾਬੀਓ ਹੋਏ ਨਿਸ਼ਕਪਟ ਗਰਭ ਕੋ ਪਾਰ ਹਰ। ਨਿਸ਼ਕਪਟ ਨਿਰਛਲ ਤੇ ਸਪਸ਼ਟ ਹੋ ਕਰਕੇ, ਹਿਰਦੇ 'ਚ ਕਪਟ ਨਾ ਰੱਖਿਓ, ਕੋੜ ਨਾ ਰੱਖਿਓ, ਬੇਈਮਾਨੀ ਨਾ ਰੱਖਿਓ, ਹੰਕਾਰ ਨੂੰ ਦੂਰ ਕਰਕੇ ਤੇ ਗੁਰੂ ਸਾਹਿਬਾਂ ਦੀ ਸਿਫਤ ਗਾਓ, ਵਡਿਆਈ ਕਰੋ। ਸਤ ਸੰਗਤ ਮੈਂ ਬੌਰ ਸਮਾਓ, ਫਿਰ ਤੁਸੀਂ ਸਤ ਸੰਗਤ ਵਿੱਚ ਸਮਾ ਜਾਇਓ, ਸਤ ਸੰਗਤ ਵਿੱਚ ਮਿਲ ਜਾਣਾ ਕਰਿਓ। ਕਿਉਂਕਿ ਹੁਣ ਸਤ ਸੰਗਤ ਤੋਂ ਟੁੱਟੇ ਸਨ, ਦਰ ਦਰ ਦੀਆਂ ਠੋਕਰਾਂ ਸਤ ਸੰਗਤ ਤੋਂ ਟੁੱਟਣ ਕਰਕੇ ਖਾਣੀਆਂ ਪਈਆਂ। ਤੇ ਭਾਈ ਸਾਹਿਬ ਜੀ ਸਮਝਾ ਰਹੇ ਨੇ ਕਿ ਫਿਰ ਤੁਸੀਂ ਗੁਰੂ ਕੀ ਸੰਗਤ ਵਿੱਚ ਟਿਕ ਜਾਣਾ ਕਰਿਓ, ਫਿਰ ਤੁਹਾਨੂੰ ਇੱਥੇ ਥਾਂ ਪ੍ਰਾਪਤ ਹੋਵੇਗੀ। ਸੁਨ ਹਰਖੀ ਜਨ ਅੰਮ੍ਰਿਤ ਬਾਰਿਖੀ, ਦੁਖ ਦਾਰਿਦ ਔਰ ਸਰਬ ਬਿਲਾਓ। ਸੁਣਦਿਆਂ ਸਾਰ ਦੋਵੇਂ ਰਬਾਬੀ ਭਾਈ ਸੱਤਾ ਭਾਈ ਬਲਵੰਡਾ ਹਰਖੇ ਦਰਦ ਹੁੰਦਾ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਮਾਝੇ ਵਿੱਚ ਇਹਦੇ ਅਰਥ ਹੋਰ ਕਰ ਦਿੱਤੇ ਗਏ। ਕੋਈ ਚੜ੍ਹਾਈ ਕਰ ਜਾ, ਕਹਿੰਦੇ ਕਿੱਧਰ ਗਿਆ, ਕਹਿੰਦੇ ਉਹਨਾਂ ਘਰ ਗਿਆ। ਕਾਹਦੇ ਵਾਸਤੇ? ਹਿਰਖ ਕਰਨ ਵਾਸਤੇ। ਤੇ ਹਿਰਖ ਦਾ ਤਾਂ ਅਰਥ ਖੁਸ਼ੀ ਹੁੰਦਾ ਹੈ। ਸੋ ਅਫਸੋਸ ਦੇ ਵਾਸਤੇ ਹਿਰਖ ਸ਼ਬਦ ਆਮ ਹੀ ਮਾਝੇ ਵਿੱਚ ਵਰਤਿਆ ਜਾਂਦਾ, ਪਰ ਬਾਣੀ ਵਿੱਚ ਕਿਤੇ ਵੀ ਹਿਰਖ ਤੇ ਹਰਖ ਤੇ ਹਰਖੇ ਦਾ ਅਰਥ ਅਫਸੋਸ ਜਾਂ ਗਮ ਜਾਂ ਚਿੰਤਾ ਨਹੀਂ, ਸਗੋਂ ਖੁਸ਼ੀ, ਪ੍ਰਸੰਨਤਾ ਹੈ, ਆਨੰਦ ਹੈ। ਸੁਣਦਿਆਂ ਸਾਰ ਦੋਵੇਂ ਭਰਾ ਬੜੇ ਹਰਖੇ, ਬੜੇ ਖੁਸ਼ ਪ੍ਰਸੰਨ ਹੋਏ। ਕਿਵੇਂ? ਜਨ ਅੰਮ੍ਰਿਤ ਵਰਖੇ। ਇਉਂ ਸਮਝੋ ਜਿਵੇਂ ਅੰਮ੍ਰਿਤ ਦੀ ਵਰਖਾ ਇਹਨਾਂ ਦੇ ਉੱਪਰ ਹੋ ਗਈ ਹੋਵੇ। ਦੁੱਖ ਦਾਰਦ ਔਰ ਸਰਬ ਬਿਲਾਓ। ਦੁੱਖ ਤੇ ਦਾਰਦ, ਗਰੀਬੀ ਜਿਹੜੀ ਸੀ, ਉਹ ਸਰਬ ਬਿਲਾਓ ਸਾਰੇ ਹੀ ਦੂਰ ਹੋ ਗਈ। ਸ਼੍ਰੀ ਦੁਖ ਭੰਜਨ ਮੱਜਨ ਕੀਨੋ, ਸਿਮਰ ਨਾਮ ਸ਼੍ਰੀ ਗੁਰ ਕਰ ਭਾਓ। ਦੋਵਾਂ ਨੇ ਜਾ ਕੇ ਭਾਈ ਸਾਹਿਬ ਜੀ ਦਾ ਬਚਨ ਮੰਨ ਕੇ ਦੁੱਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕੀਤਾ, ਨਾਲ ਬੜੇ ਪਿਆਰ ਵਿੱਚ ਆ ਕੇ ਸਤਿਗੁਰੂ ਨੂੰ ਸਿਮਰਿਆ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਹਾਡੇ ਅਸਥਾਨ 'ਤੇ ਆਏ ਹਾਂ, ਤੁਹਾਡੇ ਪਾਵਨ ਜਲ ਵਿੱਚ ਇਸ਼ਨਾਨ ਕੀਤਾ, ਸਰੋਵਰ ਵਿੱਚ, ਕਿਰਪਾ ਕਰੋ। ਗੁਰੂ ਗੁਰੂ ਜਪਦਿਆਂ, ਨਾਮ ਸਿਮਰਦਿਆਂ ਹੋਇਆਂ ਬੜੇ ਪਿਆਰ ਵਿੱਚ ਆ ਕਰਕੇ ਦੋਵਾਂ ਹੀ ਭਰਾਵਾਂ ਨੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰ ਲਿਆ। ਸ਼੍ਰੀ ਅਰਜਨ ਕੇ ਪੁਨ ਹੋਏ ਸਨਮੁਖ, ਠਾਂਡੇ ਭੈ ਸੁਦਰਪ ਨਿਕੰਦ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪੁੰਨ ਹੋਏ ਸਨਮੁਖ। ਸਨਮੁਖ ਦਾ ਅਰਥ ਸਾਹਮਣੇ ਹੋ ਕੇ, ਠਾਂਡੇ ਦਾ ਅਰਥ ਖਲੋ ਗਏ। ਇਹ ਜਿਹੜੀ ਵਾਰ ਉਚਾਰਨ ਕੀਤੀ ਸੀ, ਇਹ ਬਹਿ ਕੇ ਨਹੀਂ ਸੀ ਉਚਾਰੀ, ਇਹ ਖਲੋ ਕੇ ਉਚਾਰੀ ਸੀ। ਸੋ ਠਾਂਡੇ ਭਏ, ਖਲੋ ਗਏ। ਸੋ ਦਰਪ ਨਿਕੰਦ, ਜਿਹੜਾ ਮਨ ਦਾ ਦਰਪ, ਹੰਕਾਰ ਸੀ, ਹਉਮੈ ਅਪਨੱਤ ਸੀ, ਉਹ ਸਾਰੀ ਨਿਕੰਦ ਕੱਟ ਕੇ, ਦੂਰ ਕਰਕੇ, ਨਿਰਛਲ ਹੋ ਕੇ, ਹਉਮੈ ਤੋਂ, ਹੰਕਾਰ ਤੋਂ ਰਹਿਤ ਹੋ ਕੇ ਸਾਹਿਬਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ। ਰੁਚਿਰ ਰਾਗਨੀ ਰਾਮ ਕਲੀ ਵਿੱਚ, ਕਰੀ ਵਾਰ ਉਰ ਧਾਰ ਆਨੰਦ। ਰੁਚਿਰ ਰਾਗਣੀ, ਰਾਮ ਕਲੀ ਰਾਗਣੀ ਹੈ, ਸੋਹਣੀ ਰਾਗਣੀ ਰਾਮ ਕਲੀ ਦੇ ਅੰਦਰ ਦੋਵਾਂ ਭਰਾਵਾਂ ਨੇ ਕਰੀ ਵਾਰ ਔਰ ਆਨੰਦ, ਹਿਰਦੇ ਵਿੱਚ ਬਹੁਤਾ ਆਨੰਦ ਧਾਰ ਕੇ, ਖੁਸ਼ੀ ਤੇ ਪ੍ਰਸੰਨਤਾ ਧਾਰ ਕੇ, ਅੰਦਰੋਂ ਪਿਆਰ ਵਿੱਚ ਭਿੱਜ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਦੇ ਵਿੱਚ ਪਾਵਨ ਵਾਰ ਉਚਾਰਨ ਕੀਤੀ। ਵਾਰ ਬਹੁਤ ਪ੍ਰਾਤਨ ਸ਼ਬਦ ਹੈ। ਅੰਗਰੇਜ਼ੀ ਵਿੱਚ ਇਹਦਾ ਅਰਥ ਹੁੰਦਾ ਯੁੱਧ ਕਰਨਾ। ਵਾਰ ਦਾ ਅਰਥ ਹੁੰਦਾ ਲੜਾਈ, ਝਗੜਾ, ਜੰਗ। ਅੰਗਰੇਜ਼ੀ ਵਿੱਚ ਇਹਦਾ ਅਰਥ ਇਹ ਹੈ, ਪਰ ਪੰਜਾਬੀ ਵਿੱਚ ਅਰਥ ਹੁੰਦਾ ਸਿਫਤ ਕਰਨੀ, ਵਡਿਆਈ ਕਰਨੀ। ਪ੍ਰਾਤਨ ਸਮੇਂ 'ਚ ਵਾਰਾਂ ਜਿੰਨੀਆਂ ਸਨ, ਉਹਨਾਂ ਦੀਆਂ ਪੌੜੀਆਂ ਸਨ, ਸ਼ਲੋਕ ਨਹੀਂ ਸਨ। ਸ਼ਲੋਕਾਂ ਨੂੰ
ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਤੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਨਾਲ ਜੋੜ ਕਰਕੇ ਗੁਰੂ ਘਰ ਵਿੱਚ ਰਾਗੀਆਂ ਨੂੰ ਹਦਾਇਤ ਕੀਤੀ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹ ਵਾਰਾਂ ਦੇ ਨਾਲ ਪੱਕੇ ਸ਼ਲੋਕ ਜਿਹੜੇ ਸਨ ਉਹ ਕਾਇਮ ਕਰ ਦਿੱਤੇ, ਜੋੜ ਦਿੱਤੇ। ਪਹਿਲਾਂ ਕੇਵਲ ਪੌੜੀਆਂ ਸਨ, ਚੰਡੀ ਦੀ ਵਾਰ ਦੀਆਂ ਅੱਜ ਵੀ ਪੌੜੀਆਂ ਹੀ ਹਨ। ਇਸੇ ਤਰ੍ਹਾਂ ਭਾਈ ਸੱਤੇ, ਭਾਈ ਬਲਵੰਡੇ ਦੀ ਵਾਰ ਤੇ ਬਸੰਤ ਕੀ ਵਾਰ ਇਹਦੀਆਂ ਕੇਵਲ ਪੌੜੀਆਂ, ਇਹਨਾਂ ਵਿੱਚ ਸ਼ਲੋਕ ਕੋਈ ਨਹੀਂ ਹੈ। ਸੋ ਵਾਰ ਦਾ ਅਰਥ ਹੁੰਦਾ ਪੌੜੀ, ਵਾਰ ਦਾ ਅਰਥ ਹੁੰਦਾ ਸਿਫਤ ਸਲਾਹ ਵਾਲੀ ਬਾਣੀ। ਕਰੀ ਵਾਰ ਉਰ ਧਾਰ ਆਨੰਦ, ਬੜਾ ਆਨੰਦ ਪ੍ਰਸੰਨਤਾ ਹਿਰਦੇ 'ਚ ਧਾਰਨ ਕਰਕੇ ਇਹਨਾਂ ਨੇ ਪਾਵਨ ਵਾਰ ਉਚਾਰਨ ਕੀਤੇ। ਪੌੜੀ ਚਾਰ ਮਝਾਰ ਕਹਿਓ ਸ਼ੁਭ, ਸ਼੍ਰੀ ਨਾਨਕ ਕੋ ਸੁਜਸ ਬਿਲੰਦ। ਤੇ ਚਾਰ ਪੌੜੀਆਂ ਜਿਹੜੀਆਂ ਪਹਿਲੀਆਂ ਸਨ, ਨਾਉ ਕਾਦਰ ਕਰਤਾ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਕੁੜੀ ਵਧਾਏ। ਇਹ ਪਾਵਨ ਵਾਰ ਉਹਨਾਂ ਦੋਵਾਂ ਭਰਾਵਾਂ ਨੇ ਉਚਾਰਨ ਕੀਤੀ। ਪਹਿਲੀਆਂ ਚਾਰ ਪੌੜੀਆਂ ਦੇ ਵਿੱਚ ਸ਼ੁਭ ਸ਼੍ਰੀ ਨਾਨਕ ਕੋ ਸੁਜਸ ਬਿਲੰਦ, ਬੜਾ ਸ੍ਰੇਸ਼ਟ ਉੱਤਮ ਜਸ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਵਡਿਆਈ ਪਹਿਲੇ ਚਾਰ ਪਦਾਂ ਦੇ ਚਾਰ ਪੌੜੀਆਂ ਵਿੱਚ ਉਚਾਰਨ ਕੀਤੀ। ਹੁਤੀ ਜਥਾ ਮਤ ਤਥਾ ਕਥਿਓ ਤਬ, ਹੋਨ ਕਿਰਤਾਰਥ ਸਵਾਰਥ ਵੰਦ। ਹੁਤੀ ਜਥਾ ਮਤ ਜਿਵੇਂ ਮਤ ਸੀ, ਤੇ ਇੱਥੇ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਜੀ ਉਹ ਮਰਾਸੀਆਂ ਵਾਲੀ ਮਤ ਸੀ, ਡੂਮਾਂ ਵਾਲੀ ਮਤ ਸੀ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਪਾਤਰ ਬਣ ਚੁੱਕੇ ਸਨ ਤੇ ਬ੍ਰਹਮ ਅਵਸਥਾ ਦੇ ਧਾਰਨੀ ਹੋ ਚੁੱਕੇ ਸਨ। ਜੇ ਆਮ ਵਾਰ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ 'ਚ ਕਦੀ ਨਹੀਂ ਸੀ ਚੜ੍ਹਨੀ ਉਹਨਾਂ ਦੀ ਵਾਰ, ਭਾਵੇਂ ਲੱਖ ਸਿਫਤ ਕਰਦੇ, ਕਿਉਂਕਿ ਕੱਚੀ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਇੱਕ ਵੀ ਅੱਖਰ ਦਰਜ ਨਹੀਂ ਹੈ। ਇਹ ਉਹ ਵਾਰ ਹੈ ਜਿਹੜੀ ਧੁਰ ਦਰਗਾਹ ਤੋਂ ਉਤਰੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਉਤਰੀ ਸੀ। ਤੇ ਉਸ ਸਮੇਂ ਉਹ ਕੇਵਲ ਸੱਤਾ ਤੇ ਬਲਵੰਡਾ ਨਹੀਂ ਸਨ ਰਹਿ ਗਏ, ਸਗੋਂ ਬ੍ਰਹਮ ਅਵਸਥਾ ਦੇ ਧਾਰਨੀ ਹੋ ਗਏ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਚੁੱਕੇ ਸਨ ਤੇ ਇੰਨੇ ਜੋਗੇ ਹੋ ਗਏ ਸਨ ਕਿ ਉਹ ਧੁਰ ਕੀ ਬਾਣੀ ਉਹਨਾਂ ਦੇ ਹਿਰਦੇ 'ਚ ਉਤਰ ਸਕੇ, ਗੁਰੂ ਦੀ ਸਿਫਤ ਉਹਨਾਂ ਦੇ ਹਿਰਦੇ ਵਿੱਚੋਂ ਪ੍ਰਗਟ ਹੋ ਸਕੇ। ਤੇ ਤਦ ਹੀ ਹੋ ਸਕਦਾ ਸੀ ਜੇਕਰ ਗੁਰੂ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਪਾਤਰ ਬਣਦੇ। ਉਹ ਕੇਵਲ ਅੱਖਰਾਂ ਦਾ ਜੋੜ ਤੋੜ ਨਹੀਂ ਹੈ। ਬੜੇ ਕਵੀਆਂ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਲਿਖੀਆਂ ਉਸ ਸਮੇਂ ਸਨ। ਅਗਲਾ ਪ੍ਰਸੰਗ ਜਿਹੜਾ ਚੱਲ ਰਿਹਾ, ਅਗਲੇ ਪ੍ਰਸੰਗ 'ਚ ਆਵੇਗਾ ਚਾਰ ਭਗਤਾਂ ਦਾ ਜ਼ਿਕਰ। ਉਹਨਾਂ ਵੀ ਆਪਣੀਆਂ ਕਵਿਤਾਵਾਂ ਰਚੀਆਂ, ਬਾਣੀਆਂ ਬਣਾਈਆਂ ਸਨ, ਪਰ ਸਾਹਿਬਾਂ ਨੇ ਉਹ ਸਾਰੀਆਂ ਰਿਜੈਕਟ ਕਰ ਦਿੱਤੀਆਂ, ਖੰਡਨ ਕਰ ਦਿੱਤੀਆਂ ਸਨ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਥਾਂ ਨਹੀਂ ਮਿਲ ਸਕਦੀ। ਥਾਂ ਉਸ ਰਚਨਾ ਨੂੰ ਮਿਲ ਸਕਦੀ ਜਿਹੜੀ ਸਿੱਧੀ ਅਕਾਲ ਪੁਰਖ ਦੇ ਘਰ ਵਿੱਚੋਂ ਆਈ ਹੋਵੇ ਤੇ ਕਿਸੇ ਗੁਰਮੁਖ ਹਿਰਦੇ ਵਿੱਚੋਂ ਪ੍ਰਗਟ ਹੋਈ ਹੋਵੇ। ਸੋ ਇਹਨਾਂ ਨੂੰ ਜਥਾ ਮਤ ਜਿਹੋ ਜਿਹੀ ਗੁਰੂ ਨੇ ਮਤ ਬੁੱਧ ਬਖਸ਼ੀ ਸੀ, ਤਥਾ ਕਥਿਓ ਤਬ, ਤਦੋਂ ਉਹਨਾਂ ਨੇ ਉਹ ਪਾਵਨ ਬਾਣੀ ਕਥਨ ਕੀਤੀ, ਉਚਾਰਨ ਕੀਤੀ। ਕਾਦੇ ਲਈ? ਹੋਣ ਕਿਰਤਾਰਥ ਸਵਾਰਥਵੰਦ। ਸਵਾਰਥਵੰਦ ਕਹਿੰਦੇ ਨੇ ਆਪਣੇ ਪ੍ਰਯੋਜਨ ਨੂੰ ਸਿੱਧ ਕਰਨ ਵਾਲੇ, ਸਫਲ ਕਰਨ ਵਾਲੇ। ਤੇ ਇਹ ਦੋਵੇਂ ਭਰਾ ਹੀ ਸਵਾਰਥਵੰਦ ਸਨ, ਚਾਹੁੰਦੇ ਸਨ ਗੁਰੂ ਦੀ ਸਿਫਤ ਵਡਿਆਈ ਕਰਕੇ ਜੀਵਨ ਸਫਲ ਹੋ ਸਕੇ, ਗੁਰੂ ਦੇ ਚਰਨਾਂ ਵਿੱਚ ਅਭੇਦ ਹੋ ਸਕੀਏ। ਸੋ ਭਾਈ ਸਾਹਿਬ ਕਹਿੰਦੇ ਸਵਾਰਥਵੰਦ ਹੋਣ, ਸਵਾਰਥਵੰਦਾਂ ਨੇ, ਲੋੜਵੰਦਾਂ ਨੇ ਕਿਰਤਾਰਥ ਹੋਣ ਵਾਸਤੇ, ਜੀਵਨ ਨੂੰ ਸਫਲ ਕਰਨ ਵਾਸਤੇ ਜਿਵੇਂ ਗੁਰੂ ਨੇ ਤੌਫੀਕ ਬਖਸ਼ੀ, ਮਤ ਬੁੱਧ ਬਖਸ਼ੀ ਸੀ, ਉਸ ਅਨੁਸਾਰ ਇਹਨਾਂ ਨੇ ਪਾਵਨ ਬਾਣੀ ਗੁਰੂ ਮਹਿਮਾ ਵਡਿਆਈ ਵਿੱਚ ਉਚਾਰਨ ਕੀਤੀ। ਇੱਕ ਇੱਕ ਪੌੜੀ ਚਤੁਰ ਗੁਰੂ ਕੀ, ਸੁੰਦਰ ਕੀਰਤ ਕਹੀ ਬਨਾਏ। ਤੇ ਇੱਕ ਇੱਕ ਪੌੜੀ ਚਾਰ ਗੁਰੂ ਸਾਹਿਬਾਂ ਜੀ ਦੀ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੱਕ, ਦੂਜੇ ਸਾਹਿਬਾਂ ਤੋਂ ਲੈ ਕੇ ਪੰਜਵੇਂ ਸਾਹਿਬਾਂ ਤੱਕ ਚਾਰ ਪੌੜੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਸ ਕੀਤਾ। ਇਹ 8 ਪੌੜੀਆਂ ਨੇ। 4 ਪੌੜੀਆਂ 'ਚ ਭਾਈ ਸਾਹਿਬ ਦੱਸਿਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਮਹਿਮਾ ਕੀਤੀ, ਜਿਸ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣ ਦਾ ਜ਼ਿਕਰ ਕੀਤਾ ਹੈ ਕਿ ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦ, ਸਹਿ ਟਿੱਕਾ ਦਿੱਤੋ ਸਜੀਵਦ। ਉਹ ਸਾਰੇ ਜੋ ਕਰਤਾਰਪੁਰ ਸਾਹਿਬ ਵਿਖੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਵਡਿਆਈ ਮਿਲੀ ਸੀ, ਉਹਦਾ ਉਹਨਾਂ ਜ਼ਿਕਰ ਕੀਤਾ ਹੈ। ਸੋ ਅਗਲੀਆਂ 4 ਪੌੜੀਆਂ ਵਿੱਚ ਪੰਜਵੇਂ ਪਾਤਸ਼ਾਹ ਜੀ ਤੱਕ
ਉਦਵਨੋ ਤੈ ਆਥ ਵਨੋ ਜੋ ਚੱਕੀ ਕੀਨ ਲੋਆ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਗੁਰੂ ਅਰਜਨ ਦੇ ਪਾਤਸ਼ਾਹ ਤੱਕ ਮਹਿਮਾ ਕੀਤੀ। ਇੱਕ ਇੱਕ ਪੌੜੀ ਚਤਰ ਗੁਰ ਕੀ, ਚਾਰ ਗੁਰੂ ਸਾਹਿਬਾਂ ਦੀ ਵਡਿਆਈ ਵਿੱਚ ਸੁੰਦਰ ਕੀਰਤ ਕਹੀ ਬਣਾਏ। ਬੜੀ ਸੋਹਣੀ ਕੀਰਤੀ ਸਿਫਤ ਸਲਾਹ ਬਣਾ ਕਰਕੇ ਉਹਨਾਂ ਨੇ ਉਚਾਰਨ ਕੀਤੀ। ਸ਼੍ਰੀ ਅਰਜਨ ਪ੍ਰਤੱਖ ਅਗਰ ਤਿਤ ਹਾਥ ਜੋੜ, ਸਭ ਦਈ ਸੁਨਾਏ। ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਪ੍ਰਤੱਖ ਦਾ ਅਰਥ ਹੈ ਸਾਹਮਣੇ, ਸਾਹਮਣੇ ਅੱਗੇ ਖਲੋ ਕੇ ਥਿਤ ਟਿਕ ਕਰਕੇ ਹੱਥ ਜੋੜ ਕਰਕੇ ਸਭ ਦਈ ਸੁਨਾਏ। ਇਹ ਸਾਰੇ ਗੁਰੂ ਸਾਹਿਬਾਂ ਦੀ ਮਹਿਮਾ ਵਡਿਆਈ ਉਹਨਾਂ ਨੇ 8 ਪੌੜੀਆਂ ਦੇ ਵਿੱਚ ਸੁਣਾ ਦਿੱਤੀ। ਇਹ ਪ੍ਰਸੰਨ ਵਾਰ ਕੋ ਸੁਨ ਕੈ, ਤਬ ਸ਼੍ਰੀ ਗ੍ਰੰਥ ਵਿਖੇ ਲਿਖਵਾਏ। ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਜੀ ਇਹਨਾਂ ਰਬਾਬੀਆਂ ਦੇ ਮੂੰਹ ਤੋਂ ਅਕਾਲ ਪੁਰਖ ਦੇ ਸਰੂਪ ਸਤਿਗੁਰੂ ਸਾਹਿਬਾਂ ਦੀ ਮਹਿਮਾ ਵਡਿਆਈ ਸੁਣ ਕਰਕੇ ਪ੍ਰਸੰਨ ਹੋ ਗਏ, ਖੁਸ਼ ਹੋ ਗਏ ਤੇ ਉਹ ਪਾਵਨ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਹਿਬਾਂ ਨੇ ਲਿਖਵਾ ਲਈ, ਦਰਜ ਕਰਵਾ ਦਿੱਤੀ। ਰੋਗ ਛੀਨ ਪਾਤਨ ਨਵੀਨ ਸ਼ੁਭ, ਲੋਕ ਬਿਲੋਕ ਰਹੇ ਬਿਸਮਾਏ। ਵੇਖਦਿਆਂ ਵੇਖਦਿਆਂ ਜਿਨ੍ਹਾਂ ਦੇ ਸਰੀਰ ਵਿੱਚੋਂ ਕੋੜ ਦੇ ਕਾਰਨ ਪਾਕ ਵਗ ਰਹੇ ਸੀ, ਖੂਨ ਵਗ ਰਿਹਾ ਸੀ, ਉਹ ਰੋਗ ਛੀਨ ਭਾ, ਛੀਨ ਦਾ ਅਰਥ ਹੈ ਨਾਸ਼, ਭਾ ਮਨੇ ਹੋ ਗਿਆ। ਤੁਰੰਤ ਹੀ ਸਾਰੇ ਸਿੱਖਾਂ ਦੇ ਵੇਖਦਿਆਂ ਵੇਖਦਿਆਂ ਸਰੀਰ ਵਿੱਚੋਂ ਬਿਮਾਰੀ ਜਿਹੜੀ ਸੀ ਖੰਭ ਲਾ ਕੇ ਉੱਡ ਗਈ। ਤਨ ਨਵੀਨ ਸ਼ੁਭ, ਨਵਾਂ ਸੋਹਣਾ ਸਰੀਰ ਪ੍ਰਾਪਤ ਹੋ ਗਿਆ। ਲੋਕ ਬਿਲੋਕ ਰਹੇ ਬਿਸਮਾਏ, ਵੇਖਣ ਵਾਲੇ ਲੋਕ ਸਾਰੇ ਸਿੱਖ ਜਿੰਨੇ ਸਨ ਹੈਰਾਨ ਹੋ ਗਏ ਕਿ ਕਿੰਨੀ ਕਲਾ ਵਰਤੀ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਪਠੈ ਸੁਨੈ ਜੋ ਵਾਰ ਪ੍ਰੇਮ ਕਰ, ਤਨ ਕੇ ਰੁਜ ਤਿਸ ਕੇ ਹੋਏ ਹਾਂ। ਫਿਰ ਵਡਿਆਈ ਹੋਈ ਉਸ ਵਾਰ ਦੀ ਕਿ ਜਿਹੜਾ ਵੀ ਸਿੱਖ ਅੱਗੇ ਵਾਸਤੇ ਪਠੇ ਸੁਣੇ ਜੋ ਵਾਰ ਪ੍ਰੇਮ ਕਰ, ਪ੍ਰੇਮ ਕਰਕੇ ਇਹ ਭਾਈ ਸੱਤੇ ਤੇ ਭਾਈ ਬਲਵੰਡ ਦੀ ਉਚਾਰਨ ਕੀਤੀ ਵਾਰ ਪ੍ਰੇਮ ਕਰਕੇ ਪੜ੍ਹੇਗਾ ਨਾ। ਪਹਿਲੇ ਪੰਜ ਪੌੜੀਆਂ ਉਹ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ ਹਨ ਤੇ ਤੀਜੇ ਅਗਲੇ 3 ਬੰਦ ਜਿਹੜੇ ਭਾਈ ਸੱਤਾ ਜੀ ਦੇ ਉਚਾਰਨ ਕੀਤੇ ਹਨ। ਸੋ ਭਾਈ ਸਾਹਿਬ ਦੱਸ ਰਹੇ ਜਿਹੜਾ ਪ੍ਰੇਮ ਕਰਕੇ ਪੜ੍ਹੇ ਸੁਣੇਗਾ ਨਾ, ਤਨ ਕੇ ਰੁਜ ਤਿਸਕੇ ਹੋਏ ਹਾਨ, ਉਹਦੇ ਸਰੀਰ ਦੇ ਸਾਰੇ ਰੋਗ ਨਾਸ਼ ਹੋ ਜਾਣਗੇ। ਕੱਲ ਵੀ ਬੇਨਤੀ ਕੀਤੀ ਸੀ ਕਿ ਪੰਜਾਬ ਪੁਲਿਸ ਦੇ ਆਈਜੀ ਦੇ ਰੰਕ ਦੇ ਆਈਜੀ ਉਸ ਸਮੇਂ ਦੇ ਕੰਵਰ ਸ਼ਮਸ਼ੇਰ ਸੀ, ਉਹਦੀ ਧਰਮ ਸਪਤਨੀ ਬੀਬੀ ਸ਼ੀਲਾ ਨੂੰ ਕੋੜ ਦਾ ਰੋਗ ਹੋ ਗਿਆ ਸੀ। ਅਮਰੀਕਾ ਦੇ ਡਾਕਟਰਾਂ ਤੱਕ ਇਲਾਜ ਕਰਵਾਇਆ ਪਰ ਭੋਰਾ ਜਿੰਨਾ ਫਰਕ ਵੀ ਨਹੀਂ ਸੀ ਪਿਆ। ਭਾਈ ਵਧਾਵਾ ਸਿੰਘ ਜੀ ਗੁਰੂਸਰ ਸੁਧਾਰ ਦੇ ਰਹਿਣ ਵਾਲੇ ਉਸ ਸਮੇਂ ਪਟਿਆਲੇ ਯੂਨੀਵਰਸਿਟੀ ਵਿੱਚ ਲੱਗੇ ਸਨ। ਉਹਨਾਂ ਨੇ ਦੱਸਿਆ ਕਿ ਤੁਸੀਂ ਭਾਈ ਸ਼ੇਰ ਸਿੰਘ ਜੀ ਨੂੰ ਬੇਨਤੀ ਕਰੋ ਜੋ ਗੁਰੂਸਰ ਸੁਧਾਰ ਵਾਲੇ ਨੇ, ਨਾਮ ਅਭਿਆਸੀ ਗੁਰਸਿੱਖ ਹਨ। ਗਏ, ਉਹਨਾਂ ਪਹਿਲੀ ਵਾਰੀ ਮਿਲਣ ਤੋਂ ਇਨਕਾਰ ਕਰ ਦਿੱਤਾ। ਦੂਜੀ ਵਾਰੀ ਗਏ, ਕਹਿਣ ਲੱਗੇ ਆਪਣਾ ਖਾਣਾ ਪੀਣਾ ਸੁਧਾਰੋ ਤੇ ਨਾਲ ਉਹਨਾਂ ਕਿਹਾ ਕਿ ਭਾਈ ਸੱਤੇ ਭਾਈ ਬਲਵੰਡੇ ਦੀ ਵਾਰ ਦਾ ਪਾਠ ਆਪ ਕਰੋ ਤੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆਉਂਦੀ। ਕਹਿਣ ਲੱਗੇ ਫਿਰ ਕਿਸੇ ਕੋਲੋਂ ਸੁਣ ਲਓ, ਨਾਲ ਅਰਥ ਵੀ ਸਮਝਣਾ ਕਰੋ। ਤੇ ਜਿਸ ਦੀ ਡਿਊਟੀ ਲੱਗੀ ਸੀ ਉਹ ਸੀ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ। ਉਹਨਾਂ ਇਹ ਸਾਰੀ ਘਟਨਾ ਜਦੋਂ ਇਸ ਵਾਰ ਨੂੰ ਉਹਨਾਂ ਦਾ ਟੀਕਾ ਕੀਤਾ, ਉਹਨਾਂ ਲਿਖੀ ਕਿ ਮੇਰੀ ਜਿਹੜੀ ਸੀ ਨਾ ਉਹ ਬਦਲੀ ਕਰਵਾ ਕੇ ਉੱਥੇ CID ਉੱਥੇ ਦਫ਼ਤਰ ਵਿੱਚ ਲਾ ਦਿੱਤੀ ਗਈ ਤੇ ਮੈਂ ਰੋਜ਼ ਪਾਠ ਸੁਣਾਉਂਦਾ ਸੀ। ਉਹ ਦੱਸਦੇ ਹਨ ਕਿ ਥੋੜ੍ਹੇ ਹੀ ਦਿਨਾਂ ਦੇ ਵਿੱਚ ਜਿਸ ਸਰੀਰ ਦੇ ਵਿੱਚੋਂ ਕੋੜ ਦੇ ਕਾਰਨ ਪਾਕ ਵਗਦੀ ਸੀ, ਹੱਥ ਗਲੇ ਪਏ ਸਨ ਤੇ ਵੇਖਦਿਆਂ ਵੇਖਦਿਆਂ ਸਾਰਾ ਰੋਗ ਜਿਹੜਾ ਸੀ ਉਹ ਦੂਰ ਹੋ ਗਿਆ। ਮੇਰੇ ਉਹ ਪਾਠ ਸੁਣਾਉਣ ਨਾਲ ਉਹ ਬੜੇ ਪਿਆਰ ਨਾਲ ਪਾਠ ਸੁਣਦੇ ਸਨ। ਤੇ ਜਦੋਂ ਸਰੀਰ ਦਾ ਰੋਗ ਉੱਡ ਗਿਆ ਤੇ ਕਹਿੰਦੇ ਮੈਂ ਪੁੱਛਿਆ ਕਿ ਕਿਹੜਾ ਗੁਰਮੁਖ ਹੈ ਜਿਹਨੇ ਤੁਹਾਨੂੰ ਦੱਸਿਆ ਕਿ ਭਾਈ ਸੱਤੇ ਭਾਈ ਬਲਵੰਡੇ ਦੀ ਵਾਰ ਦਾ ਪਾਠ ਸੁਣੋ। ਉਹ ਕਹਿਣ ਲੱਗੇ ਅਸੀਂ ਦੱਸ ਨਹੀਂ ਸਕਦੇ, ਸਾਨੂੰ ਮਨਾ ਕੀਤਾ ਉਹਨਾਂ ਨੇ ਦੱਸਣ ਤੋਂ। ਤੇ ਕਹਿੰਦੇ ਮੇਰੇ ਮਨ 'ਚ ਹੋਰ ਉਤਸੁਕਤਾ ਪੈਦਾ ਹੋਏ ਕਿ ਇਹੋ ਜਿਹਾ ਨਾਮ ਬਾਣੀ ਦਾ ਧਾਰਨੀ ਕਿਹੜਾ ਗੁਰਸਿੱਖ ਜਿਹੜਾ ਆਪਣਾ ਨਾਮ ਛੁਪਾ ਰਿਹਾ ਹੈ, ਪ੍ਰਗਟ ਨਹੀਂ ਹੋਣਾ ਚਾਹੁੰਦਾ। ਕਹਿਣ ਲੱਗੇ ਬੇਨਤੀ ਕੀਤੀ, ਕਹਿੰਦੇ ਫਿਰ ਉਹਨਾਂ ਨੂੰ ਪੁੱਛ ਕੇ ਦੱਸਾਂਗੇ। ਫਿਰ ਜਦੋਂ ਪੁੱਛਿਆ ਪਤਾ ਲੱਗਾ ਭਾਈ ਸ਼ੇਰ ਸਿੰਘ ਜੀ ਨਾਮ ਅਭਿਆਸੀ ਸਨ। ਪਹਿਲਾਂ ਆਪ ਰੋਗੀ ਰਹਿੰਦੇ ਸਨ, ਉਹਨਾਂ ਦਾ ਸਰੀਰ ਜੁੜਿਆ ਰਹਿੰਦਾ ਸੀ,
ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਸੰਗਤ ਪ੍ਰਾਪਤ ਹੋਈ। ਅੰਮ੍ਰਿਤ ਛਕਿਆ ਤੇ ਕਲਾ ਵਰਤੀ। ਕਲਗੀਧਰ ਪਾਤਸ਼ਾਹ ਨੇ ਆਪ ਆ ਕੇ ਉਹਨਾਂ ਨੂੰ ਦਰਸ਼ਨ ਦਿੱਤੇ, ਭਾਈ ਸ਼ੇਰ ਸਿੰਘ ਨੂੰ, ਤੇ ਕਿਹਾ ਸੀ ਕਿ ਫਲਾਣੇ ਥਾਂ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਫਲਾਣੇ ਨਾਮ ਦਾ ਵਿਅਕਤੀ ਰਹਿੰਦਾ, ਉਹਦੇ ਪਾਸ ਜਾ, ਉਹਦੇ ਕੋਲ ਕੋਈ ਦਵਾਈ ਹੈ, ਉਹ ਲੈ ਤੂੰ ਠੀਕ ਹੋ ਜਾਏਗਾ। ਫਿਰ ਇੰਨਾ ਅਨੁਭਵ ਦਿੱਤਾ ਸੀ ਕਿ ਉਹ ਪਿਛਲੇ ਕਈ ਜਨਮਾਂ ਦਾ ਵੇਖ ਲੈਂਦੇ ਸਨ ਕਿ ਇਹਨੂੰ ਬਿਮਾਰੀ ਲੱਗੀ ਕਿਉਂ ਹੈ, ਕਿਸ ਕਾਰਨ ਸਰੀਰ ਨੂੰ ਇਹ ਕਸ਼ਟ ਆਇਆ ਹੈ। ਇਸ ਤਰ੍ਹਾਂ ਗੁਰਮੁਖ ਪਿਆਰੇ ਉਹ ਨਾਮ ਬਾਣੀ ਦੁਆਰਾ ਸਰੀਰ ਦੇ ਰੋਗਾਂ ਦਾ ਇਲਾਜ ਕਰਦੇ ਸਨ ਤੇ ਰੋਗ ਨਿਵਰਤ ਹੋ ਜਾਂਦੇ ਸਨ। ਗੁਰਬਾਣੀ ਉਹੀ ਹੈ, ਸ਼ਕਤੀ ਵੀ ਉਹੀ ਹੈ, ਬਸ ਭਾਵਨਾ ਤੇ ਸ਼ਰਧਾ ਦੀ, ਸਿਦਕ ਤੇ ਭਰੋਸੇ ਦੀ ਲੋੜ ਹੈ। ਅੱਜ ਵੀ ਗੁਰੂ ਕੀ ਬਾਣੀ ਉਹ ਕਸ਼ਟ, ਉਹ ਦੁੱਖ ਕੱਟਦੀ ਹੈ। ਬਹੁਤ ਸਾਰਿਆਂ ਨੇ ਅਜਵਾ ਕੇ ਵੇਖਿਆ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਵੀ ਇੱਕ ਛੋਟੀ ਜਿਹੀ ਪੁਸਤਕ ਲਿਖੀ, ਗੁਰਬਾਣੀ ਦੀ ਪਾਰਸ ਕਲਾ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਕਿਵੇਂ ਗੁਰਬਾਣੀ ਦੀ ਕਲਾ ਵਰਤਦੀ ਹੈ, ਕਿਵੇਂ ਬਿਮਾਰੀਆਂ ਨੂੰ, ਰੋਗਾਂ ਨੂੰ ਗੁਰੂ ਕੀ ਬਾਣੀ ਦੂਰ ਕਰ ਦਿੰਦੀ ਹੈ। ਤੇ ਫਿਰ ਭਾਈ ਸੱਤੇ ਬਲਵੰਡੇ ਦੀ ਵਾਰ ਨੂੰ ਤਾਂ ਸਾਹਿਬਾਂ ਨੇ ਵਿਸ਼ੇਸ਼ ਕਰਕੇ ਆਖਿਆ ਕਿ ਜਿਹੜਾ ਪੜ੍ਹੇਗਾ ਸੁਣੇਗਾ ਪ੍ਰੇਮ ਕਰਕੇ, ਤਨ ਕੇ ਰੁੱਝ ਤਿਸਕੇ ਹੋਏ ਹਾਨ। ਰੁੱਝ ਹੁੰਦੇ ਰੋਗ ਬਿਮਾਰੀਆਂ, ਉਹਦੇ ਸਰੀਰ ਦੇ ਸਾਰੇ ਰੋਗ ਜਿਹੜੇ ਨਾਸ਼ ਹੋ ਜਾਣਗੇ। ਮਨ ਬਾਸ਼ਤ ਕੋ ਦੇਤ ਗੁਰੂ ਜਸ ਧਰੈ ਪ੍ਰੇਮ ਕਰ ਰੂਪ ਸੋ ਧਿਆਨ। ਤੇ ਜਿਹੜਾ ਗੁਰੂ ਦਾ ਜਸ ਇਸ ਵਾਰ ਵਿੱਚ ਕੀਤਾ ਨਾ, ਗੁਰੂ ਕੀ ਵਡਿਆਈ ਕੀਤੀ ਇਸ ਵਾਰ ਵਿੱਚ, ਇਹ ਵਾਰ ਪੜ੍ਹਨ ਸੁਣਦੇ ਨਾਲ ਮਨ ਬਾਸ਼ਤ, ਮਨ ਭਾਉਂਦੇ, ਮਨ ਇੱਛਤ ਫਲ ਜਿਹੜੇ ਨੇ ਇਹ ਵਾਰ ਦੇਣ ਵਾਲੀ ਹੈ। ਇਸ ਪਾਵਨ ਬਾਣੀ ਨੂੰ ਪੜ੍ਹਨ ਦੇ ਨਾਲ ਮਨ ਦੀਆਂ ਭਾਵਨਾਵਾਂ ਵੀ ਸਾਰੀਆਂ ਪੂਰੀਆਂ ਹੋ ਜਾਣਗੀਆਂ। ਸੋ ਇਸ ਤਰੀਕੇ ਨਾਲ ਨਿਤ ਪ੍ਰਤ ਨੇਮ ਕਰੇ ਮੁਖ ਉਚਰੇ, ਸ਼ਰਧਾ ਵਧੇ ਮਹਾਨ। ਜਿਹੜਾ ਨਿਤਾਂ ਪ੍ਰਤੀ ਪ੍ਰੇਮ ਦੇ ਨਾਲ ਇਸ ਪਾਵਨ ਬਾਣੀ ਦਾ ਨਿਤਨੇਮ ਕਰਿਆ ਕਰੇਗਾ ਨਾ, ਭਾਈ ਸੱਤੇ ਭਾਈ ਬਲਵੰਡੇ ਦੀ ਵਾਰ ਦਾ ਨਿਤਨੇਮ ਕਰੇਗਾ, ਉਹਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰਤੀ ਬੜਾ ਪ੍ਰੇਮ ਤੇ ਧਿਆਨ ਵੱਧ ਜਾਵੇਗਾ। ਕਈ ਕਹਿੰਦੇ ਨਾ ਧਿਆਨ ਨਹੀਂ ਟਿਕਦਾ, ਤੇ ਕਦੀ ਕੋਈ ਤਜਰਬਾ ਕਰਕੇ ਵੇਖੇ ਸਹੀ। ਗੁਰੂ ਨਾਨਕ ਦੇ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਤੱਕ ਇੱਕ ਇੱਕ ਗੁਰੂ ਦਾ ਨਾਮ ਲਵੇ ਤੇ ਨਾਲ ਨਾਲ ਮਨ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਇੱਕ ਕੌਤਕ ਯਾਦ ਕਰੀ ਜਾਵੇ ਤੇ ਬਸ ਚੰਦ ਮਿੰਟਾਂ ਬਾਅਦ ਹੀ ਮਨ ਦੀ ਭਟਕਣਾ ਜਿਹੜੀ ਉਹ ਸ਼ਾਂਤ ਹੋ ਜਾਂਦੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਐਸਾ ਤਰੀਕਾ ਦੱਸਦੇ ਸਨ। ਇਸ ਤਰੀਕੇ ਦਾ ਜ਼ਿਕਰ ਹਿੰਦੁਸਤਾਨ ਦੀ ਫੌਜ ਦੇ ਜਰਨਲ ਬਰਾੜ ਨੇ ਆਪਣੀ ਪੁਸਤਕ ਵਿੱਚ ਕੀਤਾ ਕਿ ਜਿਹੜੇ ਲੋਕ ਬੜੇ ਦੁਖੀ ਸਨ ਤੇ ਉਹਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਤਰੀਕਾ ਦੱਸਦੇ ਹੁੰਦੇ ਸਨ। ਤੇ ਕਹਿੰਦੇ ਬਹੁਤ ਕਾਰਗਰ ਤਰੀਕਾ ਹੈ ਕਿ ਬੰਦੇ ਦਾ ਮਨ ਜਿਹੜਾ ਇਕਾਗਰ ਹੋ ਜਾਂਦਾ। ਜਿਹਨਾਂ ਨੂੰ ਨੀਂਦ ਨਹੀਂ ਸੀ ਨਾ ਆਉਂਦੀ, ਉਹਨਾਂ ਨੂੰ ਵੀ ਨੀਂਦ ਆ ਜਾਂਦੀ ਸੀ। ਚਿੰਤਾ ਫਿਕਰ ਸਾਰੇ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬਾਂ ਦੇ ਨਾਮ ਵਿੱਚ ਹੀ ਸੱਤਿਆ ਹੈ, ਤਾਕਤ ਸ਼ਕਤੀ ਹੈ। ਸੋ ਐਵੇਂ ਨੇ ਕਿਹਾ ਕਿ ਗੁਰੂ ਅਮਰਦਾਸ ਪਰਸੀਏ ਪੁੰਮ ਪਾਤਕ ਵਿਨਾਸੇ, ਧਰਤੀ ਦੇ ਸਾਰੇ ਪਾਪ ਹੀ ਨਾਸ਼ ਹੋ ਜਾਂਦੇ ਹਨ। ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਗੁਰੂ ਕੀ ਬਾਣੀ ਦਾ ਫੈਸਲਾ ਹੈ। ਇਹ ਤਾਕਤ ਸ਼ਕਤੀ ਸਮਰੱਥਾ ਹੈ ਸਾਹਿਬਾਂ ਦੇ ਨਾਮ ਦੇ ਵਿੱਚ। ਮਨ ਨਿਤ ਪ੍ਰਤ ਨੇਮ ਕਰੇ ਮੁਖ ਉਚਰੈ। ਜਿਹੜਾ ਨਿਤਾਂ ਪ੍ਰਤੀ ਨੇਮ ਦਾ ਅਰਥ ਹੁੰਦਾ ਨਿਯਮ ਅਨੁਸਾਰ ਰੋਜ਼ਾਨਾ ਹੀ ਇਸ ਬਾਣੀ ਦਾ ਨਿਤਨੇਮ ਕਰੇਗਾ ਤੇ ਮੂੰਹ ਤੋਂ ਉਚਾਰੇਗਾ, ਗੁਰ ਕੀ ਸ਼ਰਧਾ ਵਧੇ ਮਹਾਨ। ਸਤਿਗੁਰੂ ਪਾਤਸ਼ਾਹ ਦੇ ਪ੍ਰਤੀ ਉਹਦੇ ਮਨ 'ਚ ਸ਼ਰਧਾ ਤੇ ਭਾਵਨਾ ਵੱਧ ਜਾਵੇਗੀ। ਮਨ ਬਾਸ਼ਤ ਕੋ ਦੇਤ ਗੁਰੂ ਜਸ, ਗੁਰੂ ਦਾ ਜਸ ਮਨ ਭਾਉਂਦੇ ਫਲਾਂ ਨੂੰ ਦੇਣ ਵਾਲਾ ਹੈ। ਧਰੇ ਪ੍ਰੇਮ ਕਰ ਰੂਪ ਜੋ ਧਿਆਨ। ਜਿਹੜਾ ਪ੍ਰੇਮ ਧਾਰਨ ਕਰਕੇ ਸਤਿਗੁਰੂ ਪਾਤਸ਼ਾਹ ਦੇ ਸਰੂਪ 'ਚ ਧਿਆਨ ਟਿਕਾ ਕਰਕੇ ਇਸ ਪਾਵਨ ਬਾਣੀ ਦਾ ਪਾਠ ਕਰੇਗਾ, ਉਹਨੂੰ ਮਨ ਇੱਛਤ ਫਲ ਪ੍ਰਾਪਤ ਹੋ ਜਾਣਗੇ। ਅਸ ਕੋ ਵਸਤ ਜੋ ਹਾਥ ਨਾ ਆਵੇ, ਪਾਠ ਕਰੇ ਸ੍ਰੀ ਗ੍ਰੰਥ ਮਹਾਨ। ਐਸੀ ਕੋਈ ਵਸਤੂ ਨਹੀਂ ਸੰਸਾਰ ਦੇ ਵਿੱਚ ਜਿਹੜੀ ਵਸਤੂ ਹੱਥ ਵਿੱਚ ਨਾ ਆਵੇ, ਭਾਵ ਮਿਲੇ ਨਾ ਮਨੁੱਖ ਨੂੰ। ਪਾਠ ਕਰੇ ਸ੍ਰੀ ਗ੍ਰੰਥ ਮਹਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਨ ਗ੍ਰੰਥ ਹਨ, ਗੁਰੂ ਸਰੂਪ ਹਨ। ਐਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਿਹੜਾ ਵੀ ਸਿੱਖ ਪਾਠ ਕਰੇਗਾ,
ਕੋਈ ਵੀ ਐਸੀ ਵਸਤੂ ਨਹੀਂ ਹੋਵੇਗੀ ਜਿਹੜੀ ਉਹਨੂੰ ਨਾ ਪ੍ਰਾਪਤ ਹੋਵੇ, ਉਹ ਚਾਹੁੰਦਾ ਹੋਵੇ ਕਿ ਆ ਮਿਲ ਜਾਏ ਤੇ ਨਾ ਮਿਲੇ, ਐਸੀ ਕੋਈ ਵਸਤੂ ਨਹੀਂ ਹੋਵੇਗੀ। ਜੋ ਚਾਹਵੇਗਾ ਉਹ ਉਹਦੇ ਹੱਥ ਵਿੱਚ ਆ ਜਾਵੇਗੀ। ਪਾਠ ਕਰੇ ਸ਼੍ਰੀ ਗ੍ਰੰਥ ਮਹਾਨ, ਮਹਾਨ ਗੁਰੂ ਕੀ ਬਾਣੀ ਦਾ ਜਿਹੜਾ ਪਾਠ ਕਰੇਗਾ ਉਹ ਮਨ ਭਾਉਂਦੀਆਂ ਇੱਛਾਵਾਂ ਨੂੰ ਪ੍ਰਾਪਤ ਕਰ ਲਵੇਗਾ। ਸਵਾ ਲੱਗੀ ਸ਼੍ਰੀ ਅਰਜਨ ਜੀ ਤਬ ਲੱਤੇ ਕੀ ਉਪਮਾ ਵਡ ਕੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਚੜ੍ਹਦੀ ਬਾਹੀ ਦੁੱਖ ਭੰਜਨੀ ਬੇਰੀ ਦੇ ਨੇੜੇ ਥੜਾ ਸਾਹਿਬ ਦੇ ਸਥਾਨ ਤੇ ਦੀਵਾਨ ਸਜਾ ਹੈ। ਸਭਾ ਲੱਗੀ ਹੋਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ। ਭਾਈ ਲੱਧਾ ਜੀ ਪਰਉਪਕਾਰੀ ਸਿੱਖ ਦੀ ਸਾਹਿਬਾਂ ਨੇ ਆਪਣੇ ਮੁਖ ਤੋਂ ਬੜੀ ਉਪਮਾ ਕੀਤੀ, ਬੜੀ ਵਡਿਆਈ ਸਾਹਿਬਾਂ ਨੇ ਕੀਤੀ। ਧੰਨ ਸਿੱਖ ਪੁਨ ਪਰਉਪਕਾਰੀ ਹਰ ਹਿਤ ਜਿਨੋ ਲਾਜ ਤਜ ਦੀਨ। ਧੰਨ ਹੈ ਗੁਰੂ ਕਾ ਸਿੱਖ, ਧੰਨ ਹੈ ਗੁਰੂ ਕਾ ਸਿੱਖ, ਧੰਨ ਇਸ ਦਾ ਕੀਤਾ ਪਰਉਪਕਾਰ, ਜਿਸ ਨੇ ਪਰ ਹਿਤ ਪਰਾਏ ਦਾ ਭਲਾ ਕਰਨ ਵਾਸਤੇ। ਸੱਤਾ ਤੇ ਬਲਵੰਡਾ ਕਿਹੜੇ ਭਾਈ ਲੱਧਾ ਜੀ ਦੀ ਭੂਆ ਦੇ ਪੁੱਤ ਲੱਗਦੇ ਸਨ, ਉਹਨਾਂ ਨੇ ਸਿਫਾਰਿਸ਼ ਕਰਨ ਵਾਸਤੇ ਮੂੰਹ ਕਾਲਾ ਕਰਵਾਉਣਾ ਸੀ? ਨਹੀਂ, ਪਰ ਹਿਤ ਪਰਾਏ ਵਾਸਤੇ, ਬਗਾਨਿਆਂ ਵਾਸਤੇ, ਪਰਉਪਕਾਰ ਦੇ ਲਈ। ਜਿਨੋਂ ਲਾਜ ਤਜ ਦੀਨ, ਸੰਸਾਰ ਦੀ ਸ਼ਰਮ ਹਜਾ ਛੱਡ ਦਿੱਤੀ ਕਿ ਲੋਕ ਕੀ ਕਰਨਗੇ ਜੀ, ਗਧੇ ਤੇ ਬੈਠਾ ਜਾਂਦਾ ਮੂੰਹ ਕਾਲਾ ਕਰਵਾਇਆ। ਤੇ ਮੂੰਹ ਕਾਲਾ ਤਾਂ ਸਮਾਜ ਉਹਦਾ ਕਰਦਾ ਜਿਹਨੇ ਕੋਈ ਬੱਜਰ ਗੁਨਾਹ ਕੀਤਾ ਹੋਵੇ, ਧੀ ਭੈਣ ਦੀ ਇੱਜ਼ਤ ਤੱਕੀ ਹੋਵੇ, ਮਾੜਾ ਕਰਮ ਕੀਤਾ ਹੋਵੇ। ਇਹ ਪੁਰਾਣੀ ਸਮਾਜ ਦੀ ਰਵਾਇਤ ਸੀ। ਤੇ ਭਾਈ ਲੱਧਾ ਜੀ ਤਾਂ ਆਤਮ ਗਿਆਨੀ ਮਹਾਂਪੁਰਖ ਸਿੱਖ ਹਨ, ਤੇ ਉਹਨਾਂ ਨੇ ਇਸ ਗੱਲ ਨੂੰ ਵਿਚਾਰਿਆ ਹੀ ਨਹੀਂ ਕਿ ਲੋਕ ਕੀ ਕਹਿਣਗੇ, ਕੀ ਸੋਚਣਗੇ। ਉਹ ਸੰਸਾਰ ਦੀ ਕਾਨ ਕਨੌੜ ਤੋਂ ਬੜੇ ਉੱਚੇ ਵਿਚਰਨ ਵਾਲੇ ਆਤਮ ਗਿਆਨੀ, ਆਤਮਿਕ ਮੰਡਲਾਂ ਦੇ ਵਾਸੀ ਗੁਰਮੁਖ ਸਨ। ਸੋ ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਸਾਹਿਬਾਂ ਨੇ ਭਾਈ ਲੱਧਾ ਜੀ ਦੀ ਮਹਿਮਾ ਕੀਤੀ ਕਿ ਜਿਨ੍ਹਾਂ ਨੇ ਪਰਾਏ ਦੇ ਵਾਸਤੇ ਪਰਉਪਕਾਰ ਕਰਦਿਆਂ ਆਪਣੀ ਸ਼ਰਮ ਹਜਾ ਇੱਜ਼ਤ ਪੱਤ ਨੂੰ ਨਹੀਂ ਵੇਖਿਆ ਤੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਹੈ। ਕਰ ਨ ਸਕੈ ਕੋ ਕਰਿਓ ਸੋ ਐਸੀ ਜਾਣੇ ਭੈ ਰਬਾਬੀ ਦੀਨ। ਤੇ ਕੋਈ ਐਸਾ ਨਹੀਂ ਕਰ ਸਕਿਆ। ਸੱਚ ਹੈ ਇਤਿਹਾਸ ਵਿੱਚ ਪਹਿਲੀ ਮਿਸਾਲ, ਇਸ ਤੋਂ ਬਾਅਦ ਕੋਈ ਦੂਜੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਸਿੱਖ ਨੇ ਕਿਸੇ ਸਿੱਖ ਵਾਸਤੇ ਏਡੀ ਵੱਡੀ ਕੁਰਬਾਨੀ ਕੀਤੀ ਹੋਵੇ, ਆਪਣੀ ਇੱਜ਼ਤ ਆਬਰੂ ਦਾਅ ਤੇ ਲਾ ਦਿੱਤੀ ਹੋਵੇ। ਉਹ ਭਾਈ ਲੱਧਾ ਜੀ ਹੀ ਸਨ। ਸੋ ਕਰ ਨਾ ਸਕੇ ਕੋ ਕਰਿਓ ਸੋ ਐਸੇ, ਜੋ ਕਾਰਜ ਭਾਈ ਲੱਧਾ ਜੀ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ। ਜਾਣੇ ਭੈ ਰਬਾਬੀ ਦੀਨ, ਉਹਨਾਂ ਉਦੋਂ ਕੀਤਾ ਜਦੋਂ ਰਬਾਬੀ ਦੀਨ ਹੋ ਕੇ, ਲਾਚਾਰ ਤੇ ਬੇਵੱਸ ਹੋ ਕੇ ਉਹਦੇ ਦਰ ਤੇ ਆ ਕੇ ਡਿੱਗ ਪਏ ਤੇ ਬੂਹਾ ਮੱਲ ਕੇ ਬੈਠ ਗਏ ਕਿ ਅਸੀਂ ਹੁਣ ਇੱਥੇ ਮਰਾਂਗੇ, ਜਿਵੇਂ ਤੂੰ ਠੀਕ ਸਮਝਣਾ ਸਾਡੀ ਸਿਫਾਰਿਸ਼ ਕਰ, ਬੇਨਤੀ ਕਰ। ਫਿਰ ਭਾਈ ਲੱਧਾ ਜੀ ਨੇ ਉਹਨਾਂ ਦੀ ਬੇਨਤੀ ਸਾਹਿਬਾਂ ਨੂੰ ਕੀਤੀ। ਪੁਰ ਵਿਖੇ ਕੁਬੇਖ ਦਿਖਾਇਓ ਅਰਜ਼ ਗੁਜ਼ਾਰ ਕੀਏ ਦੁਖਹੀਨ। ਤੇ ਦੋਵਾਂ ਪੁਰਾਂ ਦੇ ਵਿੱਚ ਸਾਹਿਬਾਂ ਤਾਂ ਕਿਹਾ ਸੀ ਨਾ ਕਿ ਉਹਦਾ ਅੰਮ੍ਰਿਤਸਰ ਸ਼ਹਿਰ ਵਿੱਚ ਮੂੰਹ ਕਾਲਾ ਕਰਕੇ ਫੇਰਿਆ ਜਾਵੇਗਾ, ਤੇ ਭਾਈ ਲੱਧੇ ਨੇ ਲਾਹੌਰ ਸ਼ਹਿਰ ਤੋਂ ਹੀ ਸ਼ੁਰੂ ਕਰ ਲਿਆ। ਲਾਹੌਰ ਸ਼ਹਿਰ ਵਿੱਚ ਹੀ ਉਸ ਗਲੀਆਂ ਵਿੱਚ ਫਿਰੇ, ਜਿਵੇਂ ਸਾਹਿਬ ਆਖਿਆ ਸੀ ਉਹ ਬਚਨ ਪੂਰਾ ਕਰਨ ਵਾਸਤੇ। ਦੁਆਇਪੁਰ ਵੇਖੇ ਕੁਬੇਖ ਦਿਖਾਇਓ, ਦੋਵਾਂ ਸ਼ਹਿਰਾਂ ਵਿੱਚ ਲਾਹੌਰ ਸ਼ਹਿਰ ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜਿਹੜਾ ਭਿਆਨਕ ਖੋਟਾ ਰੂਪ ਧਾਰਨ ਕੀਤਾ ਸੀ ਉਹ ਸਾਰੇ ਲੋਕਾਂ ਨੂੰ ਵਿਖਾਇਆ। ਅਖੀਰ ਅਰਜ਼ ਗੁਜ਼ਾਰ ਕੀਏ ਦੁਖਹੀਨ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਜ਼ੂਰ ਬੇਨਤੀ ਕਰਕੇ ਤੇ ਉਹਨਾਂ ਦੋਵਾਂ ਰਬਾਬੀਆਂ ਦੇ ਦੁੱਖ ਨਾਸ਼ ਕਰਵਾ ਦਿੱਤੇ। ਸਾਰ ਮਹਾ ਸਿਮਰਨ ਸਤਨਾਮ ਕਾਰ ਮਹਾ ਕਰ ਵੇ ਉਪਕਾਰ। ਤੇ ਜਿਹੜੀ ਸਭ ਤੋਂ ਵੱਡੀ ਗੱਲ, ਸ੍ਰੇਸ਼ਟ ਗੱਲ ਉਹ ਇਹ ਹੈ ਕਿ ਸਿਮਰਨ ਸਤਨਾਮ ਕਾਰ, ਜਿਹੜੇ ਸਤਨਾਮ ਵਾਹਿਗੁਰੂ ਦੇ ਸਿਮਰਨ ਦੀ ਕਾਰ ਕਰਨੀ ਹੈ। ਮਹਾ ਕਰਬੇ ਉਪਕਾਰ, ਸਿਮਰਨ ਕਰਦਿਆਂ ਹੋਇਆਂ ਵੱਡੇ ਪਰਉਪਕਾਰ ਕਰਨੇ। ਸਿਮਰਨ ਕਰਨ ਵਾਲਾ ਹੀ ਆਪਣਾ ਸਭ ਕੁਝ ਦਾਅ ਤੇ ਲਾ ਸਕਦਾ ਹੈ। ਭਾਈ ਮਾਧੋ ਜੀ ਵਰਗਿਆਂ ਵੇਖ ਲਿਆ ਸੀ, ਸਾਹਮਣੇ ਚੋਰ ਆਇਆ, ਉਹ ਗਹਿਣੇ ਲੈ ਕਰਕੇ ਜਾ ਰਿਹਾ ਸੀ ਤੇ ਆ ਕੇ ਵੇਖ ਲਿਆ ਸੀ ਘਰ ਵਿੱਚ ਕਿ ਮੇਰੀ ਪਤਨੀ ਦਾ ਕਾਤਲ ਇਹੀ ਹੈ, ਜਿਹਨੇ ਮਾਰ ਮਾਰ ਕੇ ਖੰਜਰ ਪਤਨੀ ਦਾ ਸਰੀਰ ਜਿਹੜਾ ਸੀ ਸਾਰਾ ਛਲਣੀ ਕਰ ਦਿੱਤਾ। ਪਤਾ ਵੀ ਲੱਗ ਗਿਆ ਕਿ ਚੋਰ ਹੈ ਸਿੱਖ ਦੇ ਭੇਸ ਵਿੱਚ, ਪਰ ਭਾਈ ਮਾਧੋ ਜੀ ਨੇ ਕੁਛ ਨਹੀਂ ਸੀ ਆਖਿਆ। ਉਹ ਗਹਿਣੇ ਚੁੱਕ ਕੇ ਆਪ ਫੜਾਏ ਸਨ, ਉਹਦੇ ਪਾਪ ਕੰਬਦੇ ਸਨ।
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗੱਲ ਨਾਲ ਲਾਇਆ ਸੀ ਤੇ ਬੜੇ ਪ੍ਰਸੰਨ ਹੋਏ ਸਨ। ਧੰਨ ਭਾਈ ਮਾਧੋ, ਧੰਨ ਤੇਰੀ ਸਿੱਖੀ, ਤੂੰ ਸਿੱਖੀ ਦੀ ਲਾਜ ਰੱਖੀ ਹੈ। ਚੋਰ ਦੇ ਭੇਸ ਵਿੱਚ ਸਿੱਖ ਬਣ ਕਰਕੇ ਆਇਆ ਸੀ, ਹੈ ਚੋਰ ਸੀ ਪਰ ਸਿੱਖ ਦੇ ਭੇਸ ਵਿੱਚ ਆਇਆ ਸੀ, ਪਰ ਤੁਸੀਂ ਸਿੱਖੀ ਰੱਖੀ ਹੈ। ਸਭ ਕੁਝ ਜਾਣਦਿਆਂ ਹੁੰਦਿਆਂ ਵੀ ਪਤਾ ਵੀ ਹੈ ਕਿ ਮੇਰੀ ਧਰਮ ਪਤਨੀ ਦਾ ਕਾਤਲ ਇਹਨੇ ਮਾਰੀ ਹੈ, ਕੇਵਲ ਲਾਲਚ 'ਚ ਆ ਕਰਕੇ। ਐਸੀ ਮਹਾਨ ਸਿੱਖੀ। ਸੋ ਭਾਈ ਸਾਹਿਬ ਜੀ ਕਹਿ ਰਹੇ ਨੇ ਪਰਉਪਕਾਰ ਕਰਨਾ ਕੋਈ ਸੌਖਾ ਨਹੀਂ, ਇਹ ਬਹੁਤ ਵੱਡੀ ਗੱਲ ਹੈ। ਇਨ ਦੋਨੋਂ ਬਿਨ ਮਾਨੁਖ ਤਨ ਤਿਗ, ਸਮੋ ਬਿਤਾਵੇ ਲਖੈ ਨ ਸਾਰ। ਸਤਨਾਮ ਵਾਹਿਗੁਰੂ ਦੇ ਸਿਮਰਨ ਦੀ ਕਾਰ ਤੋਂ ਬਿਨਾ ਤੇ ਪਰ ਉਪਕਾਰ ਦੀ ਕਾਰ ਤੋਂ ਬਿਨਾ, ਇਹ ਜਿਹੜੀਆਂ ਦੋ ਕਾਰਾਂ ਨੇ, ਸ਼ੁਭ ਕੰਮ ਨੇ, ਇਹਨਾਂ ਤੋਂ ਬਿਨਾ ਮਾਨੁਖ ਤਨ ਧਿਕ, ਮਨੁੱਖਾ ਤਨ ਸਰੀਰ ਜਿਹੜਾ ਧਿਕ ਕਹਿੰਦੇ ਲਾਹਨਤ ਫਿਟਕਾਰ ਯੋਗ ਹੈ। 100 ਵਾਰੀ ਕਿਸੇ ਨੂੰ ਫਿਟੇ ਮੂੰਹ ਕਹੀਏ ਤੇ ਇੱਕ ਲਾਹਨਤ ਬਣਦੀ, 100 ਵਾਰੀ ਲਾਹਨਤ ਕਹੀਏ ਤੇ ਇੱਕ ਧ੍ਰਿਗ ਬਣਦੀ, ਧ੍ਰਿਗ ਬਣਦੀ ਹੈ। ਸੋ ਮਨੁੱਖਾ ਜਨਮ ਨੂੰ ਤਰਕਾਰ ਹੈ। ਇਹਨਾਂ ਦੋਵਾਂ ਤੋਂ ਬਿਨਾ ਸਮੋ ਬਿਤਾਵੇ ਲਖੇ ਨਾ ਸਾਰ। ਜਿਹੜਾ ਬੰਦਾ ਸਮਾਂ ਤਾਂ ਬਤੀਤ ਕਰ ਜਾਂਦਾ ਹੈ, ਸਮਾਂ ਤਾਂ ਗੁਜ਼ਰ ਜਾਂਦਾ, ਸਵਾਸ ਤਾਂ ਪੂਰੇ ਹੋ ਜਾਂਦੇ, ਪਰ ਸਤਨਾਮ ਵਾਹਿਗੁਰੂ ਦੇ ਸਿਮਰਨ ਦੀ, ਭਗਤੀ ਦੀ ਤੇ ਪਰ ਉਪਕਾਰ ਦੀ ਕਾਰ ਕਰਨੀ ਲਖੇ ਨਾ ਸਾਰ। ਇਸ ਸਾਰ ਉੱਤਮ ਕਾਰ ਸਿਧਾਂਤ ਨੂੰ ਜਾਣਦਾ ਨਹੀਂ, ਉਸ ਬੰਦੇ ਦੇ ਜੀਵਨ ਨੂੰ ਲਾਹਨਤ ਹੈ, ਧ੍ਰਿਗਾਕਾਰ ਹੈ। ਪੂਛ ਸਿੰਘ ਬਿਨ ਪਸ਼ੂ ਜਨਮ ਤਿਨ, ਆਏ ਬਾਦ ਬੀਚ ਸੰਸਾਰ। ਤੇ ਮਾਤਾ ਸਮਝੋ ਕਿ ਮਨੁੱਖ ਹੈ ਪੂਛ ਤੇ ਸਿੰਗ ਬਿਨ, ਪੂਛ ਤੋਂ ਤੇ ਸਿੰਗਾਂ ਤੋਂ ਬਿਨਾ ਪਸ਼ੂ ਜਨਮ ਤਿਨ। ਇੱਕ ਪੂਛ ਨਹੀਂ ਹੈਗੀ ਤੇ ਇੱਕ ਸਿੰਘ ਨਹੀਂ ਹੈਗੇ, ਬਾਕੀ ਕਰਤੂਤਾਂ ਸਾਰੀਆਂ ਪਸ਼ੂਆਂ ਵਾਲੀਆਂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪੂਛ ਤੋਂ ਬਿਨਾ ਤੇ ਸਿੰਘਾਂ ਤੋਂ ਬਿਨਾ ਇਹ ਪਸ਼ੂ ਹੈ। ਸੋ ਦੋ ਚੀਜ਼ਾਂ ਨਹੀਂ ਹੈਗੀਆਂ, ਬਾਕੀ ਸਾਰਾ ਕੁਝ ਪਸ਼ੂਆਂ ਵਾਲਾ ਹੀ ਹੈ। ਆਏ ਬਾਦ ਵਿੱਚ ਸੰਸਾਰ, ਇਹੋ ਜਿਹੇ ਜੀਵ ਜਿਹੜੇ ਨੇ ਜਿਨ੍ਹਾਂ ਨੇ ਭਾਉ ਭਗਤੀ ਬੰਦਗੀ ਤੇ ਪਰਉਪਕਾਰ ਸਿਮਰਨ ਦੀ ਕਾਰ ਨਹੀਂ ਕੀਤੀ। ਬਾਦ ਦਾ ਅਰਥ ਹੁੰਦਾ ਨਿਸਫਲ ਤੇ ਵਿਅਰਥ। ਉਹ ਸੰਸਾਰ ਦੇ ਵਿੱਚ ਆਏ ਹੋਏ ਨਿਸਫਲ ਤੇ ਵਿਅਰਥ ਹਨ। ਅੰਤ ਸਮੇਂ ਜਮਦੂਤ ਗਹਿ ਦ੍ਰਿੜ, ਝੂਰਤ ਗਮਨੈ ਦੁਇ ਕਰ ਝਾਰ। ਤੇ ਅੰਤਲਾ ਸਮਾਂ ਤਾਂ ਹਰ ਇੱਕ ਤੇ ਹੀ ਆਉਂਦਾ ਹੈ। ਇੱਥੇ ਤਾਂ ਉਸ ਬੰਦੇ ਦਾ ਵੀ ਬਾਣੀ 'ਚ ਜ਼ਿਕਰ ਕੀਤਾ ਸਾਹਿਬਾਂ ਨੇ ਕਿ ਇੰਨੀ ਲੰਮੀ ਉਮਰ ਸੀ ਉਸ ਵਿਅਕਤੀ ਦੀ। ਹਜ਼ਾਰਾਂ ਸਾਲਾਂ ਦਾ ਜ਼ਿਕਰ ਮਿਲਦਾ ਗ੍ਰੰਥਾਂ ਦੇ ਵਿੱਚ। ਭਗਤ ਬਾਬਾ ਨਾਮਦੇਵ ਸਾਹਿਬ ਜੀ ਦਾ ਉਹ ਪਾਵਨ ਬਚਨ ਧਨਾਸਰੀ ਰਾਗ ਦੇ ਵਿੱਚ ਦਰਜ ਹੈ ਕਿ ਇੰਨੀ ਲੰਮੀ ਉਮਰ ਦੇ ਹੋਣ ਦੇ ਬਾਵਜੂਦ ਵੀ ਭਾਵੇਂ ਕਿ ਉਹਨਾਂ ਕੋਈ ਕੋਠਾ ਕਾਲਵਾ ਨਹੀਂ ਸੀ ਪਾਇਆ, ਤੇ ਇੱਕ ਕੱਖਾਂ ਦੀ ਕੂਲੀ ਦੇ ਵਿੱਚ ਹੀ ਆਪਣਾ ਲੰਮਾ ਸਮਾਂ ਉਸਨੇ ਬਤੀਤ ਕਰ ਦਿੱਤਾ ਸੀ। ਕਦੀ ਹੰਕਾਰ ਨਹੀਂ ਸੀ ਮਨ ਵਿੱਚ ਕੀਤਾ। ਤੇ ਹਰ ਇੱਕ ਦਾ ਹੀ ਅੰਤਲਾ ਸਮਾਂ ਆਉਂਦਾ, ਭਾਵੇਂ ਕਿੰਨੀ ਵੀ ਲੰਮੀ ਕਿਸੇ ਦੀ ਉਮਰ ਹੋਵੇ। ਰਨਾਕਸ਼ ਵਰਗਿਆਂ ਨੇ ਭਾਵੇਂ ਮੌਤ ਦੇ ਦਰਵਾਜ਼ੇ ਕਿਉਂ ਨਾ ਬੰਦ ਕੀਤੇ ਹੋਣ ਕਿ ਸਾਰੇ ਰਾਹ ਹੀ ਬੰਦ ਕਰ ਦਿਓ। ਅੰਤ ਸਮੇਂ ਜਮਦੂਤ ਗਹਿ ਡਿਡ, ਅਖੀਰਲਾ ਸਮਾਂ ਜਦੋਂ ਆਉਂਦਾ ਹੈ ਜਮਦੂਤ ਆ ਕਰਕੇ ਫੜ ਲੈਂਦਾ ਹੈ। ਤੇ ਕਿੱਦਾਂ ਫੜਦਾ? ਡਿਡ ਕਰਕੇ, ਪੱਕੇ ਹੱਥ ਪਾਉਂਦਾ ਹੈ। ਬਾਣੀ 'ਚ ਲਿਖਿਆ ਉਨੀ ਤਕੜੇ ਪਾਏ ਹੱਥ। ਪੋਲਾ ਜਿਹਾ ਹੱਥ ਪਾਇਆ ਉਹ ਤੇ ਛੁੱਟ ਸਕਦਾ ਬੰਦਾ, ਪਰ ਉਹਨਾਂ ਨੇ ਤਗੜੇ ਹੱਥ ਪਾਏ ਨੇ, ਪੱਕੇ ਕਰਕੇ ਹੱਥ ਪਾ ਲਏ, ਡਿਡ ਕੇ ਚੰਗੀ ਤਰ੍ਹਾਂ ਫੜ ਲੈਣਾ ਕੀਤਾ। ਝੂਰਤ ਗਮ ਨੇ ਦੁਇ ਕਰ ਝਾਰ। ਇਹ ਵੀ ਬਚਨ ਬਾਣੀ 'ਚ ਲਿਖਿਆ, ਚੱਲੇ ਜੁਆਰੀ ਦੋਏ ਹੱਥ ਝਾਰ। ਇਹ ਜੀਵ ਜੁਆਰੀਏ ਸਾਰਾ ਕੁਝ ਸੰਸਾਰ ਜੂਏ ਦੇ ਵਿੱਚ ਹਾਰ ਕਰਕੇ ਸਵਾਸਾਂ ਦੀ ਪੂੰਜੀ ਨੂੰ, ਤੇ ਫਿਰ ਦੋਵੇਂ ਹੱਥ ਝਾੜਦੇ ਮਲਦੇ ਹੋਏ ਪਰਲੋਕ ਨੂੰ ਤੁਰ ਪੈਂਦੇ ਹਨ। ਕਿੱਦਾਂ ਤੁਰਦੇ ਨੇ? ਝੂਰਤ ਗਮਨੇ, ਜਦੋਂ ਗਮਨੇ ਜਾਂਦੇ ਝੂਰਦੇ ਜਾਂਦੇ, ਪਛਤਾਵਾ ਕਰਦੇ ਜਾਂਦੇ ਹਨ। ਪੁੰਨ ਦਾਨ ਤਪ ਮਖ ਕੋ ਕਰਗੋ, ਹੋਤ ਨ ਪਰ ਉਪਕਾਰ ਸਮਾਨ। ਪੁੰਨ ਕਰਨਾ ਤੇ ਦਾਨ ਕਰਨਾ, ਇਹਨਾਂ ਦੋਵਾਂ 'ਚ ਫਰਕ ਹੈ। ਪੁੰਨ ਜਿਹੜਾ ਹੁੰਦਾ ਕਿਸੇ ਖਾਸ ਦਿਨ ਤੇ ਕੀਤਾ ਜਾਂਦਾ, ਜਿਵੇਂ ਗੁਰਪੁਰਬਾਂ ਤੇ ਕੋਈ ਦਾਨ ਪੁੰਨ, ਕੋਈ ਲੰਗਰ ਪ੍ਰਸ਼ਾਦ ਛਕਾਵੇ, ਕੋਈ ਹੋਰ ਸੇਵਾ ਕਰੇ, ਸਾਰੀ ਪੁੰਨ ਵਿੱਚ ਆਉਂਦੀ ਹੈ। ਤੇ ਦਾਨ ਤੋਂ ਭਾਵ ਹੁੰਦਾ ਜਿਹੜਾ ਰੋਜ਼ਾਨਾ ਕੀਤਾ ਜਾਵੇ, ਰੋਜ਼ ਹੀ ਕੁਛ ਨਾ ਕੁਛ ਚੀਜ਼ ਕਿਸੇ ਲੋੜਵੰਦ ਨੂੰ ਦਿੱਤੀ ਜਾਵੇ, ਉਹ ਦਾਨ ਹੈ।
ਤਪ ਦਾ ਅਰਥ ਹੈ ਤਪਾਉਣਾ, ਤਪੱਸਿਆ ਕਰਨੀ, ਤੇ ਮੱਖ ਦਾ ਅਰਥ ਹੁੰਦਾ ਜਗ ਕਰਨਾ। ਜਿਵੇਂ ਪੁਰਾਣੇ ਸਮੇਂ ਜਦੋਂ ਲੋਕ ਰਾਜੇ ਜਗ ਕਰਦੇ ਸਨ। ਇਹ ਜਿਹੜੀਆਂ ਚਾਰ ਚੀਜ਼ਾਂ ਨੇ, ਪੁੰਨ ਕਰਨਾ, ਦਾਨ ਕਰਨਾ, ਤਪ ਕਰਨਾ ਤੇ ਜਗ ਕਰਨਾ, ਹੋਤ ਨਾ ਪਰਉਪਕਾਰ ਸਮਾਨ। ਇਹ ਚਾਰੇ ਦੇ ਚਾਰੇ ਪਰਉਪਕਾਰ ਦੇ ਬਰਾਬਰ ਨਹੀਂ ਹੋ ਸਕਦੇ। ਪਰਉਪਕਾਰ ਸਭ ਤੋਂ ਵੱਡਾ ਹੈ। ਫਲ ਮਲ ਕਰਨ ਅਨਕਨ ਰੀਤੀ, ਕ੍ਰਿਤ ਘਣ ਕੇ ਸਮ ਕੋਏ ਨ ਜਾਣ। ਅਨੇਕਾਂ ਤਰ੍ਹਾਂ ਦੇ ਨਾਲ ਜਿਹੜੇ ਕਰਮਲ ਪਾਪ ਕਰਨੇ ਨੇ, ਗੁਨਾਹ ਕਰਨੇ ਨੇ, ਪਰ ਉਹਨਾਂ ਸਾਰਿਆਂ ਪਾਪਾਂ ਦੇ ਵਿੱਚੋਂ ਜਿਹੜਾ ਵੱਡਾ ਪਾਪ ਹੈ ਉਹ ਅਕਿਰਤ ਘਣਤਾ ਹੈ। ਤਾਈਏ ਸਾਹਿਬਾਂ ਨੇ ਬਾਣੀ 'ਚ ਇਸ ਗੱਲ ਦਾ ਖਾਸ ਕਰਕੇ ਜ਼ਿਕਰ ਕੀਤਾ ਕਿ ਅਕਿਰਤ ਘਣਾ ਹਰ ਵਿਸਰਿਆ, ਬਹੁ ਜੋਨੀ ਪਰਮੇਤ। ਸਭ ਤੋਂ ਵੱਡਾ ਪਾਪੀ ਅਕਿਰਤ ਘਣ ਹੈ ਕਿ ਜਿਸ ਮਾਲਕ ਨੇ ਸਭ ਕੁਝ ਦਿੱਤਾ ਉਹਦਾ ਕਦੇ ਸ਼ੁਕਰਾਨਾ ਧੰਨਵਾਦ ਹੀ ਨਹੀਂ ਕੀਤਾ। ਤੇ ਇਸ ਤੋਂ ਵੱਡਾ ਪਾਪੀ ਕੌਣ ਹੋ ਸਕਦਾ ਹੈ? ਸੋ ਕਿਰਤ ਘਣ ਕੇ ਸਮ ਕੋਏ ਨਾ ਜਾਣ। ਭਾਵੇਂ ਬਹੁਤ ਸਾਰੇ ਪਾਪ ਨੇ ਗ੍ਰੰਥਾਂ 'ਚ ਲਿਖੇ, ਮਹਾਂਭਾਰਤ 'ਚ 10 ਪਾਪ ਲਿਖੇ, ਬਾਈਬਲ ਦੇ ਵਿੱਚ 7 ਲਿਖੇ, ਉਪਨਿਸ਼ਦਾਂ ਦੇ ਵਿੱਚ ਖਾਸ ਕਰਕੇ 5 ਪਾਪਾਂ ਦਾ ਜ਼ਿਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਪੌੜੇ 'ਚ 20 ਪਾਪ ਗਿਣੇ ਨੇ। ਬਾਹਮਣ ਗਾਈ, ਵੰਸ ਘਾਤ, ਅਪਰਾਧ ਕਰਾਰੇ, ਮਦ ਪੀ ਜੂਆ ਖੇਲਦੇ, ਜੋਹਨ ਪਰ ਨਾਰੇ, ਮੋਹਨ ਪਰਾਈ, ਲਖਮੀ ਠੱਗ, ਚੋਰ ਚਗਾਰੇ, ਵਿਸ਼ਵਾਸ ਘਾਤੀ, ਮਿੱਤਰ ਧਰੋਈ, ਅਖੀਰ ਅਗੰਤ ਅਪਾਰੇ, ਲੱਖ ਕਰੋੜੀ ਜੋੜੀਆਂ। ਲੱਖਾਂ ਕਰੋੜ ਜੋੜ ਲੈ ਜਾਣ, ਇੱਕ ਤਾਂ ਲੋਏ ਨਾ ਪੁੱਜਣੀ, ਬੇਮੁਖ ਗੁਰਦੁਆਰੇ। ਜਿਹੜਾ ਗੁਰੂ ਦੇ ਦੁਆਰੇ ਤੋਂ ਬੇਮੁਖ ਬੰਦਾ ਹੈ, ਸਾਰੇ ਦੇ ਸਾਰੇ ਪਾਪ ਉਹਦੇ ਰੋਮ ਦੇ ਬਰਾਬਰ, ਵਾਲ ਦੇ ਬਰਾਬਰ ਨਹੀਂ ਪਹੁੰਚ ਸਕਦੇ। ਭਾਵ ਕਿ ਅਕਿਰਤ ਘਣਤਾ ਬੜਾ ਵੱਡਾ ਪਾਪ ਹੈ। ਸੋ ਕਿਰਤ ਘਣ ਕੇ ਸਮ ਕੋਏ ਨਾ ਜਾਣ। ਇਹ ਬਾਬੀ ਕਿਰਤ ਘਣ ਵੀ ਹੋ ਗਏ ਸਨ। ਗੁਰੂ ਦਾ ਹੀ ਦਿੱਤਾ ਖਾਂਦੇ ਸੀ ਤੇ ਗੁਰੂ ਦੀ ਨਿੰਦਾ ਸ਼ੁਰੂ ਕਰ ਦਿੱਤੀ। ਗੁਰੂ ਘਰ ਦੇ ਵਿੱਚੋਂ ਪਰਿਵਾਰ ਪਾਲਦੇ ਸੀ ਤੇ ਗੁਰੂ ਦੀ ਹੀ ਨਿੰਦਾ ਕਰ ਦਿੱਤੀ। ਸੋ ਕਿਰਤ ਘਣ ਵੀ ਹੋ ਕੇ ਤੇ ਸਾਹਿਬਾਂ ਸਮਝਾਇਆ ਕਿ ਭਾਈ ਜਿਹੜੀ ਅਕਿਰਤ ਘਣਤਾ ਹੈ ਇਹ ਬਹੁਤ ਵੱਡਾ ਪਾਪ ਹੈ। ਰਹਿਨ ਅਹਿੰਸ ਧਰਮ ਸਭ ਕੀਨੇ, ਹਿੰਸਾ ਕਰੇ ਪਾਪ ਪਹਿਚਾਨ। ਜਿਹੜਾ ਬੰਦਾ ਅਹਿੰਸ ਦਾ ਅਰਥ ਹੈ ਅਹਿੰਸਾ ਨੂੰ ਧਾਰਨ ਕਰਦਾ, ਸਾਰੇ ਜੀਵਾਂ ਤੇ ਦਇਆ ਕਰਦਾ, ਰਹਿਮ ਕਰਦਾ, ਸਮਝੋ ਨੇ ਸਾਰੇ ਧਰਮ ਕਮਾ ਲਏ। ਤੇ ਜਿਹੜਾ ਬੰਦਾ ਹਿੰਸਕ ਹੈ, ਹਿੰਸਾ ਕਰਦਾ ਹੈ, ਸਮਝੋ ਨੇ ਸਾਰੇ ਹੀ ਪਾਪ ਕਰ ਲੈ। ਹਿੰਸ ਕਰੇ ਪਾਪ ਪਹਿਚਾਨ। ਜਿਹੜੀ ਹਿੰਸਾ ਕਰਨੀ ਸਮਝੋ ਕਿ ਉਹ ਪਾਪ ਹੈ। ਜਾਂ ਤੇ ਨਿਤ ਚਿਤ ਵੈ ਉਪਕਾਰੂ, ਧਨ ਤੇ ਤਨ ਤੇ ਮਨ ਤੇ ਠਾਨ। ਜਾਂ ਤੇ ਇਸ ਵਾਸਤੇ ਜਿਹੜੇ ਪਰਉਪਕਾਰ ਕਰਨ ਵਾਲੇ ਗੁਰਮੁਖ ਨੇ ਉਹ ਨਿਤਾਂ ਪ੍ਰਤੀ ਪਰਉਪਕਾਰ ਨਿਤ ਚਿਤਵਤੇ ਨਾਹੀ ਕਛ ਕੋਚ। ਉਹ ਪਰਉਪਕਾਰ ਹੀ ਸੋਚਦੇ ਨੇ, ਉਹਨਾਂ ਦੀ ਇਹੀ ਚਿਤਵਣੀ ਲੱਗੀ ਰਹਿੰਦੀ ਹੈ, ਧਨ ਤੇ ਤਨ ਤੇ ਮਨ ਤੇ ਠਾਣ। ਤਨ ਕਰਕੇ, ਮਨ ਕਰਕੇ ਤੇ ਧਨ ਕਰਕੇ ਉਹ ਹਮੇਸ਼ਾ ਪਰਉਪਕਾਰ ਕਰਦੇ ਹਨ। ਨਾਰ ਸ਼ੁਭ ਸਵਾ ਸਭੈ ਸੁਨ ਸ਼੍ਰਵਣ, ਗੁਰ ਬਾਕਨ ਪਰ ਨਿਚਾ ਕੀ। ਇਹ ਜਿਹੜੇ ਬਚਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਭਰੀ ਸਭਾ ਦੇ ਵਿੱਚ ਸੁਣਾਏ ਨਾ, ਜਿੰਨੇ ਸਭਾ ਵਿੱਚ ਸੱਜੇ ਬੈਠੇ ਸੀ ਉਹਨਾਂ ਸਾਰਿਆਂ ਨੇ ਸੁਣ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਚਨਾਂ ਤੇ ਨਿਸ਼ਚਾ ਕੀਤਾ, ਭਰੋਸਾ ਕੀਤਾ ਕਿ ਜੋ ਗੁਰੂ ਸਾਹਿਬ ਕਹਿ ਰਹੇ ਨੇ ਸੱਚ ਕਹਿ ਰਹੇ ਨੇ। ਅਕਿਰਤ ਘਣ ਤੋਂ ਵੱਡਾ ਕੋਈ ਪਾਪੀ ਨਹੀਂ ਹੈ ਤੇ ਪਰਉਪਕਾਰ ਤੋਂ ਵੱਡਾ ਹੋਰ ਧਰਮ ਦਾ ਕਾਰਜ ਕਿਹੜਾ ਹੋ ਸਕਦਾ ਹੈ। ਸਿਮਰਨ ਕਰਨਾ ਤੇ ਪਰਉਪਕਾਰ ਕਰਨਾ, ਜਿਹਦੇ ਕੋਲੇ 2 ਕਾਰਜ ਨਹੀਂ ਉਹਨੇ ਸਮਝੋ ਮਨੁੱਖਾ ਜਨਮ ਨਿਸਫਲ ਗਵਾ ਲਿਆ। ਸਿੱਖਾਂ ਨੇ ਗੁਰੂ ਸਾਹਿਬ ਦੇ ਮੁਖ ਤੋਂ ਜਦੋਂ ਇਹ ਬਚਨ, ਸ਼ੁਭ ਬਚਨ ਸੁਣੇ ਕੰਨਾਂ ਵਿੱਚ, ਤਾਂ ਨਿਸ਼ਚਾ ਕੀਨ, ਬੜਾ ਪੱਕਾ ਭਰੋਸਾ ਮਨ ਵਿੱਚ ਕਰ ਲਿਆ। ਸਤਨਾਮ ਕੋ ਸਿਮਰਨ ਠਾਨੈ, ਪਰਉਪਕਾਰ ਕਰਨ ਹਿਤ ਚੀਨ। ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਪਰਉਪਕਾਰ ਕਰਨ ਵਾਸਤੇ ਹਿਤ ਚੀਨ। ਹਿਤ ਵਿੱਚ ਭਲੇ ਵਿੱਚ ਚੀਨ ਮਨ ਜਾਣਿਆ ਕਿ ਜਿਹੜਾ ਸਿਮਰਨ ਕਰਨਾ ਤੇ ਪਰਉਪਕਾਰ ਕਰਨਾ, ਇਹਦੇ ਨਾਲ ਹੀ ਭਲਾ ਹੋ ਸਕਦਾ, ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ। ਤੇ ਸਿੱਖਾਂ ਨੇ ਸਮਝਿਆ ਕਿ ਸਿਮਰਨ ਕਰਨਾ, ਪਰਉਪਕਾਰ ਕਰਨਾ ਬਹੁਤ ਉੱਤਮ ਕਾਰਜ, ਉੱਤਮ ਕਰਮ ਹੈ। ਪੁਨ ਲੱਦਾ ਦਿਨ ਕੇਤ ਕਰਹਿ ਕਰ, ਜਾਚੀ ਪਿਦਾ ਹੋਏ ਕਰ ਦੀਨ। ਫਿਰ ਬ੍ਰਹਮ ਗਿਆਨੀ ਭਾਈ ਲੱਦਾ ਜੀ ਕੁਛ ਕੁ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਕਰਕੇ ਸਾਹਿਬਾਂ ਕੋਲੋਂ ਜਾਚੀ ਵਿਦਾ ਹੋਣ ਵਾਸਤੇ ਆਗਿਆ ਜਾਚੀ, ਆਗਿਆ ਮੰਗੀ ਕਿ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਆਗਿਆ ਦਿਓ।
ਦਾਸਨ ਦਾਸ ਦਇਆ ਨਿਧ ਜਾਨੋ, ਔਗੁਣ ਕੇ ਸਮੇਤ ਗੁਣਹੀਨ। हे महाराज दया निध, दया दी निधि, दया दे समुंदर, दया दे खजाने गुरु अर्जन दे पातशाहो, दासन दास दया निध जानो। मैनू अपने दासां दा दास जानो। यह है सिख दे मन दी अत दी निमरता। ब्रह्म ज्ञान दी अवस्था है, आत्म ज्ञानी सिख है, आत्मक मंडलों का वासी है, तो कह रहा महाराज मैनू अपने सेवकों का सेवक जानो, अवगुण के समेत गुणहीन। मैं गुणा तो रहत हाँ तो अवगुणा के नाल भरिया होया हाँ। गुरु पातशाह महाराज दे घर विच जिन्हां ने सब कुछ पा लिया ना, उन्होंने ऐसा ही आख्या, ते जिन्हां दे पल्ले कुछ नहीं सी ना, सोई अजान कहे मैं जाना, जानन हार ना शाना रे। ਜਿਹੜੇ ਕਹਿੰਦੇ ਸੀ ਅਸੀਂ ਸਭ ਕੁਝ ਜਾਣ ਲਿਆ, ਸਾਹਿਬ ਕਹਿੰਦੇ ਨਾ ਕੱਖ ਨਹੀਂ ਜਾਣਿਆ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਖਾਲੀ ਘੜੇ ਹੀ ਟਣਕਦੇ ਨੇ, ਖਾਲੀ ਘੜਿਆਂ 'ਚ ਆਵਾਜ਼ ਆਉਂਦੀ, ਭਰੇ ਘੜੇ ਜਿਹੜੇ ਨਹੀਂ ਬੋਲਦੇ। ਬ੍ਰਹਮ ਗਿਆਨੀ ਸਿੱਖ ਜਿਹੜੇ ਨੇ ਕਿਸੇ ਮੌਨ ਵਿੱਚ, ਕਿਸੇ ਅਜਿਹੀ ਚੁੱਪ ਵਿੱਚ ਲੀਨ ਹੋ ਜਾਂਦੇ, ਕਦੀ ਆਪਣੇ ਆਪ ਦਾ ਪ੍ਰਗਟਾਵਾ ਨਹੀਂ ਕਰਦੇ, ਸਗੋਂ ਕਹਿੰਦੇ ਨੇ ਕਿ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। हम अवगुण भरे एक गुण नाही, अमृत छाड़ बिखै बिख खाई। साड़ी हालत ऐसी है, अवगुण के समेत गुणहीन। महाराज गुरु अर्जन साहब जी, मैं सारे अवगुणा के समेत सने हाँ, गुणहीन मैं गुणा तो सखना हाँ। इस सिख की भावना शरधा ते भरोसा वेख के गुरु अर्जन देव पातशाह होर उतर उठे। साहिबां ने आग्या की ते भाई लद्दा जी लाहौर नूं गया है। ਅੱਗੇ ਭਾਈ ਸਾਹਿਬ ਜੀ ਅਗਲਾ ਇਤਿਹਾਸ ਸੁਣਾ ਰਹੇ ਨੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੇ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਹੁਣ ਲੱਤਾ ਦਿਨ ਕੀਤਕ ਰਹਿ ਕਰ, जाची विदा होए कर दीन। दासन दास दया निध जानो, औगुण के समेत गुणहीन। वाहे गुरु वाहे गुरु वाहे है
ਬ੍ਰਹਮ ਅਵਿਨਾਸੀ ਅਗਨਾਸ हे पूरन हे सर्ब मैं दुख भंजन गुण तास हे संगी हे निरंकार हे निर्गुण सब टेक हे गोविंद हे गुण निदान या कै सदा विवेक हे अपरंपर हर हरे पी होवनहार हे संत कै सदा संग तारा आधार हे ठाकुर हम दास रो मैं निर्गुण गुण नहीं कोई नानक दीजै नाम दान राखो हियै परोए आए प्रभ शरणागति कृपा नित दयाल एक अक्षर हार मान बसत नानक होत निहाल वाहिगुरु नाम जहाज है जड़े सोतरे पार जो शरदा कार सेवा दे गुर पार उतारनहार जो शरदा का